ਵਾਸਤੇ ਜੁੜਦੇ ਨੇ। ਰੂਬਲ ਸਾਹਿਬ ਜੀ ਜੋ ਦੱਸਦੇ ਨੇ, ਕਹਿੰਦੇ ਨੇ ਕਿ ਦੇਸੀ ਖਾਓ ਰੋਗ ਭਜਾਓ ਤੇ ਤੰਦਰੁਸਤੀ ਪਾਓ। ਤੰਦਰੁਸਤੀ ਦਾ ਰਾਜ ਇਹਨਾਂ ਜੜੀ ਬੂਟੀਆਂ ਵਿੱਚ ਛੁਪਿਆ ਪਿਆ। ਜੜੀ ਬੂਟੀਆਂ ਸਾਡੇ ਲਈ, ਤੁਹਾਡੇ ਲਈ ਕਿਵੇਂ ਕਾਰਗਰ ਸਿੱਧ ਹੁੰਦੀਆਂ ਨੇ, ਪੂਰੀ ਡਿਟੇਲ ਦਿੰਦੇ ਨੇ। ਜੜੀ ਬੂਟੀਆਂ ਦਾ ਦੌਰ ਪਹਿਲਾਂ ਵੀ ਸੀ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਤੇ ਕੁਝ ਸਮੇਂ ਲਈ ਅਸੀਂ ਕਹਿ ਲਓ ਵੀ ਭਟਕ ਗਿਆ ਸੀ, ਤੇ ਜਾਂ ਫਿਰ ਬਹੁਤਾ ਕਈ ਵਾਰੀ ਨਵੀਆਂ ਚੀਜ਼ਾਂ ਦਾ ਸਾਨੂੰ ਸ਼ੌਕ ਪੈ ਜਾਂਦਾ, ਉਸ ਵੇਲੇ ਅਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਹਾਂ, ਇਗਨੋਰ ਕਰ ਜਾਂਦੇ ਹਾਂ। ਤਾਂ ਫਿਰ ਵੀ ਸਾਡਾ ਕਈ ਵਾਰ ਫਿਰ ਬਾਅਦ ਵਿੱਚ ਦਿਲ ਕਰਦਾ ਪੁਰਾਣੀਆਂ ਚੀਜ਼ਾਂ ਕੱਢ ਕੇ ਖਾਣ ਨੂੰ, ਜਾਂ ਉਹਨਾਂ ਦਾ ਸਵਾਦ ਦੇਖਣ ਨੂੰ। ਜਦੋਂ ਵਾਕਈ ਪਤਾ ਲੱਗਦਾ ਕਿ ਪੁਰਾਣੀਆਂ ਚੀਜ਼ਾਂ ਜਾਂ ਕਹਿ ਲਓ ਪੁਰਾਣੀਆਂ ਅੱਜ ਵੀ ਉਹ ਉਨੀਆਂ ਨਵੀਆਂ ਨੇ ਜਿੰਨੀਆਂ ਅਸੀਂ ਪਹਿਲਾਂ ਫੀਲ ਕਰਦੇ ਸੀ, ਤੇ ਜਿਹੜੇ ਨਵੇਂ ਯੁੱਗ ਦੇ ਵਿੱਚ ਆ ਕੇ ਵੀ ਸਾਨੂੰ ਉਹ ਚੰਗੀਆਂ ਸਿਹਤ ਦੇ ਸਕਦੀਆਂ ਨੇ, ਚੰਗੀ ਸਿਹਤ ਬਣਾ ਸਕਦੀਆਂ, ਤੇ ਡੈਫੀਨੇਟਲੀ ਅਸੀਂ ਉਹਨਾਂ ਵੱਲ ਨੂੰ ਵਾਪਸ ਕਰਦੇ ਹਾਂ। ਇਹ ਜੜੀ ਬੂਟੀਆਂ ਦਾ ਤਜਰਬੇਕਾਰੀ ਜਿਹੜੀ ਅੱਜ ਦੀ ਨਹੀਂ, ਸਦੀਆਂ ਪੁਰਾਣੀ ਹੈ। ਜਦੋਂ ਤੋਂ ਮਨੁੱਖ ਨੇ ਹੋਂਦ ਸੰਭਾਲੀ ਹੈ, ਉਦੋਂ ਤੋਂ ਇਹਨਾਂ ਦੇ ਨਾਲ ਆਪਣਾ ਟ੍ਰੀਟਮੈਂਟ ਕਰਦਾ ਆ ਰਿਹਾ ਹੈ। ਉਦੋਂ ਤੋਂ ਸਾਡੇ ਵਾਸਤੇ ਫਾਇਦੇਮੰਦ ਹੋ ਰਹੇ ਨੇ। ਤੇ ਕੁਦਰਤ ਨੇ ਜਦੋਂ ਦਾ ਇਨਸਾਨ ਨੂੰ ਪੈਦਾ ਕੀਤਾ, ਤੇ ਨਾਲ ਲੱਗਦੀਆਂ ਹਰ ਜੜੀ ਬੂਟੀ ਕਿਸੇ ਨਾ ਕਿਸੇ ਵਜ੍ਹਾ ਵਾਸਤੇ ਹੀ ਪੈਦਾ ਕੀਤੀ ਹੈ, ਜਿਸ ਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ। ਕਿ ਫਾਇਦਾ ਅਸੀਂ ਤੁਸੀਂ ਕਿਵੇਂ ਲੈ ਸਕਦੇ ਹਾਂ, ਜੇਕਰ ਸਾਨੂੰ ਇਹਨਾਂ ਦੀ ਪਹਿਚਾਣ ਹੋਵੇ। ਤੇ ਜਿਹਨਾਂ ਲੋਕਾਂ ਨੂੰ ਇਸ ਚੀਜ਼ ਦੀ ਪਹਿਚਾਣ ਹੈ, ਤੇ ਉਹਨਾਂ ਦੇ ਤਜਰਬੇ ਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ। ਇਸ ਕਰਕੇ ਰੂਬਲ ਸਾਹਿਬ ਨੂੰ ਆਪਾਂ ਹਰ ਹਫ਼ਤੇ ਦੀ ਹਫ਼ਤੇ ਘੜੀ ਸੇਵਾ ਵਿੱਚ ਪੇਸ਼ ਕਰਨੇ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜੋ ਉਹਨਾਂ ਤੋਂ ਕੋਲੋਂ ਵੱਧ ਤੋਂ ਵੱਧ ਫਾਇਦਾ ਲਿਆ ਜਾ ਸਕੇ। ਇਹ ਜੜੀ ਬੂਟੀਆਂ ਸਾਡੇ ਵਾਸਤੇ ਕਿਉਂ ਕਾਰਗਰ ਸਿੱਧ ਹੁੰਦੀਆਂ ਨੇ, ਕਿਉਂ ਅੱਜ ਵੀ ਉਨੀਆਂ ਜ਼ਿਆਦਾ ਸਾਨੂੰ ਨਵੀਆਂ ਲੱਗਦੀਆਂ ਨੇ ਜਿੰਨੀਆਂ ਪਹਿਲਾਂ ਸੀ। ਬੇਸ਼ੱਕ ਵਿੱਚ ਵਿਚਾਲੇ ਥੋੜੀ ਜਿਹੀ ਭੜਕਾਹਟ ਜਾਂ ਕਹਿ ਲਓ ਭਟਕਾਹਟ ਆਈ ਸੀ, ਲੇਕਿਨ ਦੁਬਾਰਾ ਤੋਂ ਲੋਕ ਇਸ ਦੌਰ ਦੇ ਵਿੱਚ ਫਿਰ ਜੁੜ ਰਹੇ ਨੇ। ਅਗੇਨ, ਦੇਸੀ ਖਾਓ ਰੋਗ ਭਜਾਓ ਤੇ ਤੰਦਰੁਸਤੀ ਪਾਓ। 905 874 3333 ਰੂਬਲ ਸਾਹਿਬ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ, ਮੇਰੇ ਵੱਲੋਂ ਤੁਹਾਨੂੰ ਤੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ। ਐਂਡ ਇਸ ਤੋਂ ਪਹਿਲਾਂ ਪ੍ਰੋਗਰਾਮ ਤੋਂ ਹੀ ਸ਼ੁਰੂਆਤ ਤੋਂ ਕਿ ਜਿਹੜਾ ਜੇ ਕਿਸੇ ਨੇ ਵੀ ਕੋਈ ਕੁਐਸਚਨ ਹੁਣ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ, ਤੇ ਤੁਸੀਂ ਗੁਰਪਾਲ ਜੀ ਦੇ ਸੈੱਲ ਫੋਨ ਦੇ ਉੱਤੇ ਡਾਇਰੈਕਟਲੀ ਮੈਸੇਜ ਕਰ ਸਕਦੇ ਹੋ। ਨੰਬਰ ਹੈ 647 281 48 57, 647 281 48 57। ਕੋਸ਼ਿਸ਼ ਕਰਾਂਗੇ ਕਿ ਇਸ ਮੈਸੇਜ ਦੇ ਉੱਤੇ ਜੇ ਤੁਸੀਂ ਟੈਕਸਟ ਕਰੋਗੇ ਤਾਂ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੁਐਸਚਨ ਦਾ ਆਨਸਰ ਕੀਤਾ ਜਾਵੇ। ਇਨ ਕੇਸ ਜੇ ਟਾਈਮ ਦੀ ਸ਼ਾਰਟੇਜ ਦੀ ਵਜ੍ਹਾ ਦੇ ਕਰਕੇ ਆਨਸਰ ਨਹੀਂ ਹੁੰਦਾ, ਤੇ ਤੁਸੀਂ ਸਾਨੂੰ ਸਾਡੇ ਕਲੀਨਿਕ ਦੇ ਉੱਤੇ 905 874 3333 ਦੇ ਉੱਤੇ ਫੋਨ ਕਰ ਸਕਦੇ ਹੋ। ਟੋਰਾਂਟੋ ਸਮੇਂ ਦੇ ਮੁਤਾਬਿਕ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਉਹ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਆ। ਅਦਰਵਾਈਜ਼ ਤੁਸੀਂ ਜੇ ਦੂਰ ਦਰਾਡੇ ਹੋ, ਕਿਸੇ ਹੋਰ ਕੰਟਰੀ ਦੇ ਵਿੱਚ ਸੁਣ ਰਹੇ ਹੋ, ਤੁਸੀਂ ਸਾਡੇ ਜਿਹੜੇ ਆਯੁਰਵੈਦਿਕ ਪ੍ਰੋਡਕਟਸ ਦੀ ਅਸੀਂ ਗੱਲ ਕਰ ਰਹੇ ਹਾਂ, ਜੇ ਤੁਸੀਂ ਉਹਨਾਂ ਨੂੰ ਔਨਲਾਈਨ ਲੈਣਾ ਚਾਹੁੰਦੇ ਹੈਗੇ ਹੋ, ਤੇ ਸਾਡਾ ਵੈਬਸਾਈਟ ਹੈ vaidrubal.online.com। ਸੋ VAIDRUBAL online.com। ਇਹਦੇ ਉੱਤੇ ਜਾ ਕੇ ਤੁਸੀਂ ਕਈ ਤਰੀਕੇ ਦੀ ਅਸੀਂ ਵੈਬਸਾਈਟ ਜਿਹੜੀ ਹੈਗੀ ਉਹਨੂੰ ਕਾਫੀ ਹੋਰ ਵੱਡਾ ਕਰ ਰਹੇ ਹੈਗੇ ਆ। ਸੋ ਦੈਟ ਕਿ ਤੁਸੀਂ ਘਰੇ ਬੈਠੇ ਪੰਜਾਬੀ ਦੇ ਵਿੱਚ ਅਸੀਂ ਆਰਟੀਕਲ ਉੱਥੇ ਪਾ ਰਹੇ ਹੈਗੇ ਆ, ਤਾਂ ਕਿ ਤੁਸੀਂ ਉਹਨਾਂ ਨੂੰ ਪੜ੍ਹ ਕੇ ਜਦੋਂ ਤੁਸੀਂ ਬਲੌਗ ਦੇ ਵਿੱਚ ਜਾਓਗੇ ਤੇ ਤੁਸੀਂ ਕਾਫੀ ਆਰਟੀਕਲਸ ਜਿਹੜੇ ਅਸੀਂ ਪਾ ਰਹੇ ਹਾਂ, ਜਿਵੇਂ ਰੀਸੈਂਟਲੀ ਅਸੀਂ ਸੁਹਾਂਜਣਾ ਕੀ ਹੈ ਉਸ ਦੀ ਵਿਸਤਾਰ ਪੂਰਵਕ ਇੱਕ ਆਰਟੀਕਲ ਪੰਜਾਬੀ ਦੇ ਵਿੱਚ ਲਿਖ ਕੇ ਤੇ ਨਾਲ ਵੀਡੀਓ ਜਿਹੜੀ ਹੈਗੀ ਉਹ ਅਸੀਂ ਪਾਈ ਹੋਈ ਹੈ। ਸੋ ਇਹੋ ਜਿਹੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਅਸੀਂ ਕਰ ਰਹੇ ਹਾਂ, ਸੋ ਦੈਟ ਕਿ ਪੰਜਾਬੀ ਦੇ ਵਿੱਚ ਤੁਸੀਂ ਘਰੇ ਬੈਠੇ ਆਪਣੀ ਗਿਆਨ ਦੇ ਵਿੱਚ ਹੋਰ ਵਾਧਾ ਕਰ ਸਕੋ, ਤੇ ਆਪਣੇ ਆਪ ਨੂੰ ਜਿਹੜਾ ਤੇ ਆਪਣੇ ਪਰਿਵਾਰ ਨੂੰ ਜਿਹੜਾ ਉਹਨੂੰ ਠੀਕ ਰੱਖ ਸਕੋ। ਸੋ ਵਨਸ ਅਗੇਨ ਸਾਡਾ ਨੰਬਰ ਹੈ 905 874 3333, 905 874 3333। ਐਂਡ ਮੈਸੇਜ ਦੇ ਵਾਸਤੇ ਜੇ ਤੁਸੀਂ ਕਾਲ ਕਰਨੀ, ਟੈਕਸਟ ਮੈਸੇਜ ਕਰਨਾ ਚਾਹੁੰਦੇ ਹੋ ਆਪਣੇ ਫੋਨ ਤੋਂ, ਤੇ ਤੁਸੀਂ ਗੁਰਪਾਲ ਜੀ ਦੇ ਸੈੱਲ ਫੋਨ ਦੇ ਉੱਤੇ ਮੈਸੇਜ ਕਰ ਸਕਦੇ ਹੋ। ਵਨਸ ਅਗੇਨ ਨੰਬਰ ਹੈਗਾ ਆ 647 281 48 57, 647 281 48 57 ਦੇ ਉੱਤੇ ਫੋਨ ਕੀਤਾ ਜਾ ਸਕਦਾ। ਗੁਰਪਾਲ ਜੀ ਨੇ ਬੜੀ ਵਧੀਆ ਗੱਲ ਕੀਤੀ ਕਿ ਅੱਜ ਕੱਲ੍ਹ ਹੁਣ ਹੌਲੀ ਹੌਲੀ ਲੋਕ ਜਿਹੜੇ ਹੈਗੇ ਆ ਉਹ ਵਾਪਸ ਦੇਸੀ ਦਵਾਈਆਂ ਨੂੰ ਜਿਹੜੀਆਂ ਉਹਨਾਂ ਨੂੰ ਆ ਰਹੇ ਹੈਗੇ ਆ, ਕਿਉਂਕਿ ਹੁਣ ਬਹੁਤ ਲੋਕ ਆ ਉਹਨਾਂ ਨੂੰ ਹੁਣ ਸਮਝ ਲੱਗਣੀ ਸ਼ੁਰੂ ਹੋ ਗਈ ਨਵੀਂ ਜਿਹੜੀ ਜ਼ਮਾਨੇ ਦੇ ਜਿਹੜੇ ਲੋਕ ਹੈ ਕਿ ਇੱਕ ਜਿਹੜੀ ਹੈਗੀ ਆ ਅਸੀਂ ਉਹਨੂੰ ਲਗਾਤਾਰ ਦਵਾਈ ਜਿਹੜੀ ਹੈਗੀ ਉਹੀ ਖਾਂਦੇ ਰਵਾਂਗੇ। ਮੇਰੇ ਕੋਲ ਮੈਟਰ ਆਫ ਫੈਕਟ ਕੱਲ੍ਹ ਦੀ ਗੱਲ ਹੈ, ਇੱਕ ਮੈਂ
USA ਦੇ ਵਿੱਚ ਪੇਸ਼ੈਂਟ ਦੇ ਨਾਲ ਫੋਨ ਦੇ ਉੱਤੇ ਗੱਲ ਕਰ ਰਿਹਾ ਸੀਗਾ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਥੋੜ੍ਹਾ ਜਿਹਾ ਬਲੱਡ ਪ੍ਰੈਸ਼ਰ ਜਿਹੜਾ ਸੀਗਾ ਉਹ ਹਾਈ ਹੋ ਗਿਆ। ਤਾਂ ਮੈਂ ਡਾਕਟਰ ਦੇ ਕੋਲੇ ਗਿਆ, ਉਹਨਾਂ ਨੇ ਕਿਹਾ ਕਿ ਵੀ ਮੇਰਾ ਥੋੜ੍ਹਾ ਜਿਹਾ ਕੋਲੈਸਟਰੋਲ ਵੀ ਜਿਹੜਾ ਉਹ ਥੋੜ੍ਹਾ ਜਿਹਾ ਹਾਈ ਹੈ, ਅਤੇ ਹੁਣ ਮੈਂ ਸੋਚ ਰਿਹਾ ਹਾਂ ਕਿ ਦੁਬਾਰਾ ਫਿਰ ਅਪੁਆਇੰਟਮੈਂਟ ਬਣਾ ਕੇ ਅਤੇ ਦੁਬਾਰਾ ਫਿਰ ਜਿਹੜਾ ਮੈਂ ਉੱਥੇ ਗੋਲੀਆਂ ਜਿਹੜੀਆਂ ਮੈਂ ਉਹਨਾਂ ਕੋਲ ਸ਼ੁਰੂ ਕਰ ਲਵਾਂ। ਤਾਂ ਮੈਂ ਉਹਨਾਂ ਨੂੰ ਪਹਿਲੀ ਗੱਲ ਇਹੀ ਪੁੱਛੀ ਕਿ ਤੁਸੀਂ ਉਹਨਾਂ ਨੂੰ ਇਹ ਪੁੱਛਿਆ ਪਹਿਲਾਂ ਕਿ ਇਹ ਜਿਹੜੀ ਗੋਲੀਆਂ ਮੈਨੂੰ ਸ਼ੁਰੂ ਕਰਨ ਲੱਗੇ ਹੋ ਮੈਂ ਕਿੰਨਾ ਕੁ ਚਿਰ ਖਾਣੀਆਂ? ਕਹਿੰਦੇ ਇਹ ਤਾਂ ਮੈਂ ਪੁੱਛਿਆ ਨਹੀਂ। ਮੈਂ ਕਿਹਾ ਇਹ ਯੂਜਲੀ ਜਿਹੜੀ ਇਹ ਸਾਰੀ ਉਮਰ ਹੀ ਚੱਲਦੀਆਂ ਹੁੰਦੀਆਂ। ਅਤੇ ਮੈਂ ਕਿਹਾ ਫਿਰ ਹੋਰ ਇਹ ਹੋਇਆ ਕਿਉਂ ਇੱਦਾਂ? ਕਹਿੰਦੇ ਨਹੀਂ ਉੱਦਾਂ ਤਾਂ ਸਾਰਾ ਕੁਝ ਠੀਕ ਹੈਗਾ ਆ, ਮੈਂ ਸਿਰਫ ਪਾਰਟੀ ਜਿਹੜੀ ਸੀਗੀ ਉਹ ਮੈਂ ਰਾਤੀ ਤੇ ਸੀਗਾ ਥੋੜ੍ਹਾ ਲੇਟ ਸੁੱਤਾ, ਅਤੇ ਉਹ ਫਿਰ ਮੈਂ ਉੱਠ ਕੇ ਅਤੇ ਸਵੇਰੇ ਜਿਹੜਾ ਸੀਗਾ ਮੈਂ ਟੈਸਟ ਕਰਾਉਣ ਚਲਾ ਗਿਆ, ਅਤੇ ਉਹਦੇ ਵਿੱਚ ਆਹ ਚੀਜ਼ਾਂ ਆ ਗਈਆਂ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹਦੇ ਨਾਲ ਆਬਵੀਅਸਲੀ ਤੁਸੀਂ ਸੁੱਤੇ ਨਹੀਂ ਹੋ, ਬਾਡੀ ਵੈਲ ਰੈਸਟਡ ਨਹੀਂ ਆ। ਉਸ ਸਮੇਂ ਦੇ ਵਿੱਚ ਜਦੋਂ ਤੁਸੀਂ ਜਾਓਗੇ ਕਿਸੇ ਵੀ ਆਪਣਾ ਟੈਸਟ ਕਰਾਉਣ ਬਾਡੀ ਦਾ, ਅਤੇ ਉਹਦੇ ਵਿੱਚ ਕੋਈ ਨਾ ਕੋਈ ਖਰਾਬੀ ਆ ਹੀ ਜਾਣੀ ਹੈਗੀ ਹੈ। ਸੋ ਉਸ ਬੇਸ ਦੇ ਉੱਤੇ ਤੁਸੀਂ ਆਪਣੀ ਦਵਾਈ ਨੂੰ ਲਾ ਲਓ ਸਾਰੀ ਉਮਰ ਦੇ ਵਾਸਤੇ, ਇਹ ਸੈਂਸ ਨਹੀਂ ਬਣਦੀ। ਸੋ ਇੱਕ ਤਾਂ ਜਦੋਂ ਵੀ ਤੁਸੀਂ ਆਪਣੇ ਬਲੱਡ ਟੈਸਟ ਜਿਹੜੇ ਕਰਵਾਉਂਦੇ ਹੁੰਦੇ ਹੈਗੇ, ਮੇਕ ਸ਼ੋਰ ਕਿ ਬਾਡੀ ਜਿਹੜੀ ਹੈ ਤੁਹਾਡੀ ਵੈਲ ਰੈਸਟਡ ਹੋਵੇ। ਸੋ ਇਹ ਨਹੀਂ ਕਿ ਵੀ ਤੁਸੀਂ ਪਾਰਟੀ ਦੇ ਉੱਤੇ ਜਾਂ ਵੈਸੇ ਘਰੇ ਲੇਟ ਸੁੱਤੇ ਤੁਸੀਂ ਅਨੀਂਦਰੇ ਹੈਗੇ ਹੋ, ਅਤੇ ਸਵੇਰੇ ਉੱਠ ਕੇ ਤੁਸੀਂ ਜਿਹੜਾ ਆਪਣੇ ਟੈਸਟ ਕਰਾਉਣ ਚਲੇ ਗਏ, ਉਹਦੇ ਵਿੱਚ ਤੁਹਾਡੇ ਬਲੱਡ ਦਾ ਪ੍ਰੈਸ਼ਰ। ਉਹਦੇ ਵਿੱਚ ਕਈ ਵਾਰ ਤੇ ਅੱਧੇ ਲੋਕਾਂ ਨੂੰ ਪਹਿਲਾਂ ਹੀ ਫਿਕਰ ਲੱਗ ਜਾਂਦਾ, ਜਦੋਂ ਪਤਾ ਲੱਗਦਾ ਵੀ ਕੱਲ ਨੂੰ ਡਾਕਟਰ ਨੇ ਲਿਖ ਕੇ ਦਿੱਤਾ, ਪੇਪਰ ਲਿਖ ਕੇ ਦਿੱਤਾ, ਸਵੇਰੇ ਟੈਸਟ ਵਗੈਰਾ ਕਰਾਉਣੇ ਆ, ਉਹ ਟੈਨਸ਼ਨ ਜਿਹੀ ਦੇ ਵਿੱਚ ਕਰਾਉਣ ਚੱਲਦੇ ਆ, ਉਹਦੇ ਨਾਲ ਅੱਧੀਆਂ ਬਿਮਾਰੀਆਂ ਆਪੇ ਆ ਜਿੱਦਾਂ ਤੁਸੀਂ ਦੱਸ ਰਹੇ ਹੋ। ਬਿਲਕੁਲ। ਔਰ ਇਹ ਚੀਜ਼ ਦੇ ਵਿੱਚ ਜਿਹੜੀ ਬਹੁਤ ਲੋਕ ਇਸੇ ਚੀਜ਼ ਦਾ ਸ਼ਿਕਾਰ ਹੋਏ ਆ ਕਿ ਉਹ ਬਾਡੀ ਵੈਲ ਰੈਸਟਡ ਨਹੀਂ ਸੀਗੀ, ਸਰੀਰ ਦੇ ਅੰਦਰ ਘਬਰਾਹਟ ਹੋ ਗਈ। ਕਈ ਲੋਕਾਂ ਦੇ ਵਿੱਚ ਨਰਵਸ ਸਿਸਟਮ ਇੰਨਾ ਕੁ ਵੀਕ ਹੁੰਦਾ ਹੈ, ਅਦਰਵਾਈਜ਼ ਉਹ ਬਿਲਕੁਲ ਠੀਕ ਆ, ਪਰ ਜਦੋਂ ਹੀ ਉਹ ਆਪਣੀ ਬਲੱਡ ਪ੍ਰੈਸ਼ਰ ਚੈੱਕ ਕਰਾਉਣਾ ਸ਼ੁਰੂ ਕਰਦੇ ਤਾਂ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ। ਬਹੁਤ ਲੋਕ ਹੈਗੇ ਆ ਕਿ ਜਿਹੜੇ ਬਾਹਰੋਂ ਜਦੋਂ ਬਲੱਡ ਪ੍ਰੈਸ਼ਰ ਚੈੱਕ ਕਰਾਏਗੇ ਤੇ ਉਹ ਬਲੱਡ ਪ੍ਰੈਸ਼ਰ ਉਹਨਾਂ ਦਾ ਹਾਈ ਨਿਕਲੇਗਾ, ਪਰ ਜਦੋਂ ਘਰੇ ਕਰਦੇ ਹੈਗੇ ਆ ਤੇ ਘਰੇ ਉਹਨਾਂ ਦਾ ਠੀਕ ਹੁੰਦਾ। ਸੋ ਇਹ ਵੀ ਸਾਰੇ ਦਾ ਸਾਰਾ ਜਿਹੜਾ ਆ ਉਹ ਨਰਵਸ ਸਿਸਟਮ ਦੇ ਨਾਲ ਰਿਲੇਟਡ ਹੈ। ਤੇ ਉਸ ਬੰਦੇ ਨੇ ਜਦੋਂ ਕਿਤੇ ਬਾਹਰ ਕਿਸੇ ਡਾਕਟਰ ਦੇ ਕੋਲ ਜਾ ਕੇ ਬਲੱਡ ਟੈਸਟ ਜਾਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਾਇਆ, ਤੇ ਉਹ ਤਾਂ ਜ਼ਿਆਦਾ ਹੀ ਆਏਗਾ। ਤੇ ਉਸ ਬੇਸ ਦੇ ਉੱਤੇ ਜਿਹੜਾ ਆ ਉਹ ਫਿਰ ਡਾਕਟਰ ਸੋਚ ਕੇ ਤਾਂ ਇਹ ਬਲੱਡ ਉਹ ਵੀ ਆਪਣੀ ਜਗ੍ਹਾ ਦੇ ਉੱਤੇ ਠੀਕ ਹੈ, ਕਿਉਂਕਿ ਉਹਨਾਂ ਦੀ ਜੌਬ ਹੈਗੀ ਹੈ ਨਾ ਕਿ ਉਹਨਾਂ ਨੇ ਦੇਖਿਆ ਕਿ ਬਲੱਡ ਦਾ ਪ੍ਰੈਸ਼ਰ ਹਾਈ ਹੈ, ਤੇ ਜੇ ਉਹ ਬਲੱਡ ਦੇ ਹਾਈ ਪ੍ਰੈਸ਼ਰ ਦੇ ਵਿੱਚ ਹੀ ਉਹ ਪੇਸ਼ੈਂਟ ਨੂੰ ਇਦਾਂ ਹੀ ਜਾਣ ਦਿੰਦੇ ਆ ਘਰੇ ਤੇ ਕੋਈ ਨੁਕਸਾਨ ਹੋ ਜਾਂਦਾ, ਤੇ ਫਿਰ ਵੀ ਉਹ ਰਿਸਪੌਂਸੀਬਲ ਹੈ ਕਿ ਤੁਸੀਂ ਦਵਾਈ ਕਿਉਂ ਨਹੀਂ ਦਿੱਤੀ। ਸੋ ਉਹ ਵੀ ਜਿਹੜੇ ਹੈਗੇ ਆਪਣੇ ਹਿਸਾਬ ਦੇ ਨਾਲ ਆਪਣੇ ਸਿਸਟਮ ਦੇ ਵਿੱਚ ਜਿਹੜੇ ਆ ਉਹ ਫਸੇ ਹੋਏ ਆ। ਸੋ ਇਸ ਕਰਕੇ ਮੈਂ ਤਾਂ ਕਹਿੰਦਾ ਕਿ ਵੀ ਜੇ ਜਦੋਂ ਵੀ ਤੁਸੀਂ ਕੋਈ ਟੈਸਟ ਵਗੈਰਾ ਆਪਣੇ ਕਰਵਾਉਂਦੇ ਹੈਗੇ ਹੋ, ਮੇਕ ਸ਼ੋਰ ਕਿ ਬਾਡੀ ਤੁਹਾਡੀ ਵੈਲ ਰੈਸਟਡ ਹੈਗੀ ਆ, ਔਰ ਤੁਸੀਂ ਅਨੀਂਦਰੇ ਜਿਹੜੇ ਹੈਗੇ ਆ, ਜਾਂ ਕਈ ਵਾਰੀ ਹੁੰਦਾ ਕਿ ਅਸੀਂ ਖਾਧਾ ਪੀਤਾ ਹੀ ਇੰਨਾ ਕੁ ਹੁੰਦਾ, ਸੋ ਉਹਦੇ ਨਾਲ ਜਿਹੜੀ ਹੈਗੀ ਆ ਉਹ ਤੁਹਾਡੇ ਬਲੱਡ ਦੀਆਂ ਜਿਹੜੀਆਂ ਰਿਪੋਰਟਸ ਹੁੰਦੀਆਂ ਉਹ ਸਹੀ ਨਹੀਂ ਆਉਂਦੀਆਂ ਹੈਗੀਆਂ। ਸੋ ਉਹਨਾਂ ਨੂੰ ਸਹੀ ਰੱਖਣ ਦੇ ਵਾਸਤੇ ਜਿਹੜਾ ਹੈ ਕੋਸ਼ਿਸ਼ ਕਰੋ ਕਿ ਆਪਣੀ ਬਾਡੀ ਨੂੰ ਵੈਲ ਰੈਸਟਡ ਕਰੋ ਸਭ ਤੋਂ ਪਹਿਲਾਂ, ਤੇ ਰੋਟੀ ਪਾਣੀ ਜਿਹੜਾ ਹੈਗਾ ਉਹਨੂੰ ਚੰਗੀ ਤਰ੍ਹਾਂ ਖਾਓ। ਐਕਸਰਸਾਈਜ਼ ਜਿਹੜੀ ਹੈਗੀ ਆ ਉਹਨੂੰ ਰੈਗੂਲਰ ਬੇਸ ਦੇ ਉੱਤੇ ਰੱਖੋ, ਯੋਗਾ ਮੈਡੀਟੇਸ਼ਨ ਵਗੈਰਾ ਜਿਹੜੀ ਉਹਨਾਂ ਨੂੰ ਨਾਲ ਦੀ ਨਾਲ ਕਰਦੇ ਰਹੋ। ਤੇ ਜੇ ਤੁਹਾਨੂੰ ਲੱਗੇ ਕਿ ਤੁਹਾਨੂੰ ਇਨ ਬਿਟਵੀਨ ਕਿਸੇ ਦਵਾਈ ਦੀ ਜਾਂ ਕਿਸੇ ਹੈਲਪ ਦੀ ਜ਼ਰੂਰਤ ਹੈ, ਤਾਂ ਡੈਫੀਨੇਟਲੀ ਤੁਸੀਂ ਆਯੁਰਵੈਦਿਕ ਦਵਾਈਆਂ ਜਿਹੜੀਆਂ ਹੈਗੀਆਂ ਉਹ ਤੁਸੀਂ ਉਹਨਾਂ ਦਾ ਇਸਤੇਮਾਲ ਕਰ ਸਕਦੇ ਹੈਗੇ ਹੋ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿਉਂਕਿ ਹਰ ਇੱਕ ਚੀਜ਼ ਜੈਨੇਟਿਕਲੀ ਮੋਡੀਫਾਈਡ ਹੈ, ਜੋ ਅਸੀਂ ਰੋਟੀਆਂ ਜੋ ਅਸੀਂ ਸਬਜ਼ੀਆਂ ਖਾਂਦੇ ਹਾਂ ਉਹਨਾਂ ਸਾਰੀਆਂ ਦੇ ਵਿੱਚ ਜੈਨੇਟਿਕਲੀ ਇੰਜੀਨੀਅਰਿੰਗ ਜਿਹੜੀ ਹੈਗੀ ਆ ਉਹ ਹੋਈ ਹੈ, ਔਰ ਉਹਦੇ ਨਾਲ ਜਿਹੜੀ ਜੋ ਅਸੀਂ ਖਾਂਦੇ ਆ ਉਸ ਫੂਡ ਦੇ ਵਿੱਚ ਉਹਦਾ ਰੈਜ਼ੀਡਿਊ ਜਿਹੜਾ ਆ ਉਹ ਫਿਰ ਵੀ ਬਾਡੀ ਦੇ ਵਿੱਚ ਰਹਿੰਦਾ ਆ, ਜਿਹੜਾ ਉਹਦਾ ਵੇਸਟ ਪ੍ਰੋਡਕਟ ਹੈ। ਸੋ ਆਈ ਥਿੰਕ ਅਸੀਂ ਪਿਛਲੀ ਵਾਰੀ ਵੀ ਸ਼ਾਇਦ ਗੱਲ ਕੀਤੀ ਸੀ ਕਿ ਅੱਜ ਕੱਲ੍ਹ ਦੇ ਸਪੈਸ਼ਲੀ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਡਾ ਪੇਟ 2-3 ਵਾਰੀ ਜਿਹੜਾ ਆ ਉਹ ਸਾਫ਼ ਹੋਣਾ ਚਾਹੀਦਾ। ਕਿਉਂਕਿ ਬਹੁਤ ਲੋਕ ਜਿਹੜੇ ਹੈਗੇ ਆ ਉਹ ਅਜੇ ਤੱਕ ਵੀ ਇਸੇ ਹੀ ਭੁਲੇਖੇ ਦੇ ਵਿੱਚ ਹੈ ਕਿ ਸਿਰਫ ਅਸੀਂ ਇੱਕ ਵਾਰੀ ਜਾਂਦੇ ਹਾਂ, 24 ਘੰਟਿਆਂ ਦੇ ਵਿੱਚ ਮੈਂ ਇੱਕੋ ਵਾਰੀ ਜਾਣਾ, ਉਹ ਵੀ ਸਵੇਰੇ ਜਾਣਾ, ਮੇਰਾ ਪ੍ਰੋਪਰ ਪੇਟ ਸਾਫ਼ ਹੋ ਗਿਆ ਤੇ ਮੈਂ ਠੀਕ ਆ। ਤੁਸੀਂ ਠੀਕ ਨਹੀਂ ਹੋ। ਅੱਗੇ ਜਾ ਕੇ ਜਿਹੜੀ ਹੈਗੀ ਹੈ ਇਹ ਪ੍ਰੋਬਲਮ ਜਿਹੜੀ ਹੈ ਉਹ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਹੋਰ ਪ੍ਰੋਬਲਮ ਜ਼ਰੂਰ ਦੇਵੇਗੀ, ਕਿਉਂਕਿ ਅਸੀਂ ਜਿਹੜਾ ਉਹ ਜੈਨੇਟਿਕਲੀ ਜੋ ਅਸੀਂ ਚੀਜ਼ਾਂ ਖਾ ਰਹੇ ਹੈਗੇ ਆ ਬਣੀਆਂ ਹੋਈਆਂ, ਉਹਨਾਂ ਦਾ ਰੈਜ਼ੀਡਿਊ ਜਿਹੜਾ ਆ ਉਹ ਸਾਡੀ ਬਾਡੀ ਦੇ ਵਿੱਚ ਕਿਤੇ ਨਾ ਕਿਤੇ ਰਹਿੰਦਾ ਜ਼ਰੂਰ ਆ, ਤੇ ਉਹਦੇ ਨਾਲ ਫਿਰ ਉਹ ਬਿਮਾਰੀਆਂ ਜਿਹੜੀਆਂ ਲੱਗਦੀਆਂ। ਸਾਡੇ ਲਿਵਰ ਜਿਹੜਾ ਆ ਉਹ ਜ਼ਿਆਦਾ ਉਹਦੀ ਡਿਟੌਕਸੀਫਿਕੇਸ਼ਨ ਫੰਕਸ਼ਨ ਘਟ ਜਾਂਦਾ ਆ। ਲਿਵਰ ਦਾ ਜਦੋਂ ਡਿਟੌਕਸੀਫਿਕੇਸ਼ਨ ਫੰਕਸ਼ਨ ਘਟੇਗਾ ਤੇ ਫਿਰ ਉਹਦੇ ਨਾਲ ਸਕਿਨ ਦੀਆਂ ਪ੍ਰੋਬਲਮਸ ਆਉਂਦੀਆਂ ਆ, ਕੋਲੈਸਟਰੋਲ ਵੱਧਦਾ ਆ,
ਬਲੱਡ ਪ੍ਰੈਸ਼ਰ ਵਧੇਗਾ, ਗੈਸ ਦੀ ਪ੍ਰੋਬਲਮ ਆਏਗੀ, ਐਸਿਡਿਟੀ, 3600 ਬਿਮਾਰੀਆਂ ਜਿਹੜੀਆਂ ਹੈਗੀਆਂ ਆ ਉਹ ਤੁਹਾਨੂੰ ਲੱਗ ਸਕਦੀਆਂ ਆ ਜੇ ਤੁਹਾਡਾ ਪੇਟ ਸਾਫ਼ ਨਹੀਂ ਰਹਿੰਦਾ। ਸੋ ਸਪੈਸ਼ਲੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਹੜਾ ਆ ਕੋਸ਼ਿਸ਼ ਇਹ ਕਰੋ ਕਿ 2 ਤੋਂ 3 ਵਾਰੀ ਜੇ ਤੁਹਾਡਾ ਪੇਟ ਸਾਫ਼ ਹੁੰਦਾ ਤੇ ਤੁਸੀਂ ਨਾਰਮਲ ਆਪਣੇ ਆਪ, ਤੁਸੀਂ ਲੱਕੀ ਆਪਣੇ ਆਪ ਨੂੰ ਜਿਹੜਾ ਹੈਗਾ ਆ ਉਹ ਤੁਹਾਨੂੰ ਮੰਨਣਾ ਚਾਹੀਦਾ ਜੇ ਤੁਹਾਡਾ ਇਹਦਾ ਹੋ ਰਿਹਾ। ਕਈ ਕੇਸਿਸ ਦੇ ਵਿੱਚ ਗੁਰਪਾਲ ਜੀ ਪੇਸ਼ੈਂਟਸ ਇਹਨੂੰ ਵੀ ਬਿਮਾਰੀ ਸਮਝ ਲੈਂਦੇ ਆ ਕਿ ਮੇਰਾ 2 ਤੋਂ 3 ਵਾਰੀ ਮੈਨੂੰ ਟਾਇਲਟ ਆਉਂਦੀ ਹੈ, ਵੀ ਸ਼ਾਇਦ ਇਹ 'ਚ ਕੋਈ ਬਿਮਾਰੀ ਹੈ। ਬਿਮਾਰੀ ਨਹੀਂ ਹੈ। ਵੀਕਨੈਸ ਫੀਲ ਕਰਦੇ, ਵੀਕਨੈਸ ਨਾ ਹੋਵੇ। ਵੀ ਕਿਉਂਕਿ ਸੌਰੀ ਮੈਂ ਗੱਲ ਨੂੰ ਤੁਹਾਡੇ ਵਿੱਚ ਇਹਦੇ ਥੋੜਾ ਐਡ ਅਪ ਕਰ ਦਵਾਂ, ਕਿਉਂਕਿ ਇਹਦੇ ਵਿੱਚ ਬਹੁਤੇ ਜਿਹੜੇ ਕੰਮਕਾਰ ਅੱਜ ਕੱਲ ਘਰਾਂ ਤੋਂ ਹੋ ਗਏ ਨੇ, ਘਰਾਂ ਤੋਂ ਕੰਮਕਾਰ ਹੋਣ ਦੇ ਕਰਕੇ ਲੋਕ ਜਾਣਬੁੱਝ ਕੇ ਉੱਠਣਾ ਹੀ ਨਹੀਂ ਚਾਹੁੰਦੇ, ਯਾਰ ਇੰਨਾ ਕੰਮ ਥੋੜਾ ਜਿਹਾ ਨਿਬੇੜ ਲਈਏ, ਹੋਰ ਨਿਬੇੜ ਲਈਏ। ਤੇ ਜੇ ਕਈ ਵਾਰ ਰੋਟੀ ਪਾਣੀ ਵੀ ਉੱਥੇ ਬੈਠੇ ਬੈਠੇ ਖਾਂਦੇ, ਚਾਹ ਪਾਣੀ ਪੀਂਦੇ, ਤੇ ਵਾਸ਼ਰੂਮ ਦੀ ਜਿੱਦਾਂ ਤੁਸੀਂ ਗੱਲਬਾਤ ਕੀਤੀ, ਵਾਸ਼ਰੂਮ ਇੱਕ ਤਰ੍ਹਾਂ ਨਾ ਹੀ ਹੋ ਜਾਵੇ ਤਾਂ ਚੰਗੀ, ਬੇਸ਼ੱਕ ਜਿੰਨਾ ਮਰਜ਼ੀ ਆ ਉੱਥੇ ਘੁੱਟੀ ਮਿੱਟੀ ਜਾਣਾ ਵੀ ਚਲੋ ਕੋਈ ਗੱਲ ਨਹੀਂ, ਠਹਿਰ ਕੇ ਉਹ ਕਈ ਵਾਰ ਜਿੱਦਾਂ ਤੁਸੀਂ ਕਹਿੰਦੇ ਵਾਈਬ੍ਰੇਸ਼ਨ ਵਗੈਰਾ ਤੁਹਾਨੂੰ ਆਉਂਦੀਆਂ ਨੇ, ਜਾਂ ਕਾਲ ਕਰਦੀ ਕੁਦਰਤੀ ਕਾਲ ਆਉਂਦੀ ਆ, ਤੇ ਕਾਲ ਫਿਰ ਜਦੋਂ ਜ਼ਿਆਦਾ ਲੇਟ ਹੋ ਜਾਂਦੀ ਉਹ ਵੀ ਕਾਲ ਕਰਨਾ ਬੰਦ ਕਰਦੇ, ਤੇ ਉਸ ਤੋਂ ਬਾਅਦ ਫਿਰ ਪ੍ਰੋਬਲਮਾਂ ਦੀ ਕਾਲ ਸ਼ੁਰੂ ਹੋ ਜਾਂਦੀ ਜੀ। ਬਿਲਕੁਲ ਜੀ। ਜਦੋਂ ਵੀ ਸਾਡੀਆਂ ਕੰਟਰੈਕਸ਼ਨਸ ਹੁੰਦੀਆਂ ਹੈਗੀਆਂ, ਉਹ ਕੰਟਰੈਕਸ਼ਨਸ ਬਹੁਤ ਕੁਝ ਸੈਕਿੰਡਸ ਦੇ ਵਾਸਤੇ ਹੁੰਦੀਆਂ, ਤੇ ਜੇ ਤੁਸੀਂ ਉਹਨੂੰ ਨਹੀਂ, ਹਾਜਤ ਨੂੰ ਆਪਣੀ ਨੂੰ ਨਹੀਂ ਰੈਕੋਗਨਾਈਜ਼ ਕਰਦੇ, ਜਾਂ ਤੁਹਾਡੇ ਕੋਲ ਟਾਈਮ ਹੀ ਹੈ ਨਹੀਂ ਹੈਗਾ, ਤੇ ਉਹ ਹਾਜਤ ਜਿਹੜੀ ਹੈਗੀ ਉਹ ਰੁਕ ਜਾਏਗੀ। ਸੋ ਇਹਦੇ ਵਾਸਤੇ ਜਿਹੜੀ ਹੈ ਤੁਹਾਨੂੰ ਲਾਈਫ ਸਟਾਈਲ ਨੂੰ ਆਪਣੇ ਦੇ ਵਿੱਚ ਚੇਂਜਿਸ ਲਿਆਉਣ ਦੀ ਜ਼ਰੂਰਤ ਹੈਗੀ ਹੈ, ਨੋ ਡਾਊਟ ਅਬਾਊਟ ਇਟ। ਪਰ ਜਿਵੇਂ ਜਿਵੇਂ ਜੇ ਤੁਸੀਂ ਇੱਦਾਂ ਨਹੀਂ ਕਰਦੇ ਹੈਗੇ, ਉਹਦੇ ਸਗੋਂ ਜਿਹੜੇ ਸਾਈਡ ਇਫੈਕਟ ਹੈ ਉਹ ਜ਼ਿਆਦਾ ਹੈਗੇ ਆ ਕੰਪੇਅਰ ਟੂ ਜੇ ਤੁਸੀਂ ਟੋਇਲਟ ਜਾ ਰਹੇ ਹੈਗੇ ਹੋ 2-3 ਵਾਰੀ। ਜਿਹੜਾ ਜਿੱਦਾਂ ਤੁਸੀਂ ਕਹਿੰਦੇ ਨਾ ਵੀਕਨੈਸ ਹੈਗੀ ਹੈ, ਇਹ ਇੱਕ ਸਾਈਕੋਲੋਜੀਕਲ ਚੀਜ਼ ਆ ਕਿ ਸਾਨੂੰ ਵੀਕਨੈਸ ਉਦੋਂ ਆਉਂਦੀ ਹੈ ਜੇ ਸਾਨੂੰ ਪਾਣੀ ਵਾਂਗੂ ਟੱਟੀਆਂ ਲੱਗ ਰਹੀਆਂ ਹੈਗੀਆਂ। ਮਤਲਬ ਵਾਟਰੀ ਸਟੂਲ ਹੈਗਾ ਆ, ਆਬਵੀਅਸਲੀ ਵਾਟਰੀ ਸਟੂਲ ਹੈ, ਉਹਦੇ ਨਾਲ ਪਾਣੀ ਲੂਜ਼ ਹੋਣਾ, ਇਲੈਕਟ੍ਰੋਲਾਈਟ ਲੂਜ਼ ਹੋਣੇ ਆ, ਉਹਦੇ ਨਾਲ ਜਿਹੜੀ ਆ ਤੁਹਾਡੀ ਬਾਡੀ ਦੇ ਵਿੱਚ ਵੀਕਨੈਸ ਆਉਣੀ ਆ। ਪਰ ਜੇ ਤੁਹਾਡੀ ਵਾਟਰੀ ਸਟੂਲ ਨਹੀਂ ਹੈਗਾ, ਤੁਸੀਂ 2 ਤੋਂ 3 ਵਾਰੀ ਛੱਡੋ, ਤੁਸੀਂ 4 ਵਾਰੀ 5 ਵਾਰੀ ਵੀ ਜਾ ਰਹੇ ਹੋ, ਤੁਸੀਂ ਸਟਿਲ ਓਕੇ ਹੋ ਜੇ ਵਿੱਚ ਤੁਹਾਨੂੰ ਮਤਲਬ ਜਾਣਾ ਵੀ ਪੈ ਰਿਹਾ, ਕਹਿਣ ਦਾ ਮਤਲਬ। ਸੋ ਇਹ ਜਿਹੜੀ ਚੀਜ਼ ਹੈ ਇਸ ਜਸਟ ਸਾਈਕੋਲੋਜੀਕਲ ਚੀਜ਼ ਹੈਗੀ ਹੈ, ਕਿਉਂਕਿ ਮੈਂ ਬਹੁਤ ਵਾਰੀ ਲੋਕ ਜਿਹੜੇ ਆਣ ਕੇ ਮੈਨੂੰ ਕਹਿੰਦੇ ਜੀ ਮੈਨੂੰ ਜੇ ਮੈਂ 2-3 ਵਾਰੀ ਜਾਊਂ ਮੈਨੂੰ ਤਾਂ ਜੀ ਵੀਕਨੈਸ ਆ ਜੂ। ਇੱਦਾਂ ਨਹੀਂ ਹੁੰਦਾ ਹੈਗਾ। ਜੇ ਵਾਟਰੀ ਸਟੂਲ ਹੈ ਫਿਰ ਵੀਕਨੈਸ ਆਉਣ ਦੇ ਚਾਂਸਿਸ ਹੁੰਦੇ ਹੈਗੇ ਆ, ਅਦਰਵਾਈਜ਼ ਜਿਹੜੀ ਹੈਗੀ ਆ ਉਹ ਵੀਕਨੈਸ ਨਹੀਂ ਆਉਂਦੀ। ਮੰਥ 'ਚ ਇੱਕ ਅੱਧੀ ਵਾਰੀ ਲੱਗ ਜਾਣੀ ਚਾਹੀਦੀ, ਚੰਗੇ ਆ ਸਗੋਂ। ਬਿਲਕੁਲ ਜੀ। ਜੇ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੀ ਇਸ ਟਾਈਪ ਦਾ ਹੈਗਾ ਆ ਕਿ ਸਾਡੀ ਬਾਡੀ ਦੇ ਵਿੱਚ ਅਸੀਂ ਹਰ ਇੱਕ ਚੀਜ਼ ਜੈਨੇਟਿਕਲੀ ਮੋਡੀਫਾਈਡ ਹੈ, ਹਰ ਇੱਕ ਚੀਜ਼ ਦੇ ਵਿੱਚ ਕੁਛ ਨਾ ਕੁਛ ਹਰਬਿਸਾਈਡਸ, ਪੈਸਟੀਸਾਈਡਸ ਵਗੈਰਾ ਯੂਜ਼ ਕੀਤੇ ਜਾਂਦੇ ਹੈਗੇ ਆ, ਜਿਹੜੇ ਕਿ ਸਾਡੀ ਬਾਡੀ ਦੇ ਵਾਸਤੇ ਲੌਂਗ ਟਰਮ ਲਈ ਠੀਕ ਨਹੀਂ ਹੈ। ਸੋ ਇਸ ਕਰਕੇ ਜ਼ਰੂਰੀ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿ ਸਾਡਾ ਜਿਹੜਾ ਤ੍ਰਿਫਲਾ ਜਿਹੜਾ ਆ ਉਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਮੇਰੇ ਹਿਸਾਬ ਦੇ ਨਾਲ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਆ। ਹਰੜ ਬਹੇੜੇ ਆਮਲੇ ਜਿਹੜੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਪੇਟ ਨੂੰ ਵੀ ਸਾਫ਼ ਰੱਖਦੇ ਆ, ਐਂਡ ਤਿੰਨੇ ਦੋਸ਼ਾਂ ਨੂੰ ਜਿਹੜੀ ਹੈ ਵਾਤ ਪਿੱਤ ਕਫ, ਤਿੰਨੇ ਦੋਸ਼ਾਂ ਨੂੰ ਜਿਹੜਾ ਹੈ ਇਹਨੂੰ ਨੈਚੁਰਾਈਜ਼ ਨਾਰਮਲਾਈਜ਼ ਜਿਹੜਾ ਹੈਗਾ ਉਹਨਾਂ ਨੂੰ ਕਰਕੇ ਰੱਖਦਾ ਤ੍ਰਿਫਲਾ। ਸੋ ਤਿੰਨੇ ਦੋਸ਼ਾਂ ਦੇ ਵਿੱਚ ਡਜ਼ਨਟ ਮੈਟਰ ਉਹ ਕਿਹੜਾ ਦੋਸ਼ ਹੈ, ਹਰ ਦੋਸ਼ ਦੇ ਵਿੱਚ ਤ੍ਰਿਫਲਾ ਜਿਹੜਾ ਉਹ ਇਸਤੇਮਾਲ ਕੀਤਾ ਜਾ ਸਕਦਾ ਹੈਗਾ। ਸੋ ਕੋਸ਼ਿਸ਼ ਕਰੋ ਘਰ ਦੇ ਵਿੱਚ ਜਿਹੜਾ ਤੁਸੀਂ ਆਪ ਚਾਹੇ ਬਣਾ ਲਓ, ਚਾਹੇ ਬਣੇ ਬਣਾਏ ਜਿਹੜੇ ਆ ਉਹ ਤ੍ਰਿਫਲਾ ਲੈ ਲਓ, ਔਰ ਉਹ ਜਿਹੜਾ ਹੈਗਾ ਉਹਨੂੰ ਰੈਗੂਲਰ ਬੇਸ ਦੇ ਉੱਤੇ ਜਿਹੜਾ ਆ, ਜੇ ਮਤਲਬ ਤੁਸੀਂ ਫਿਰ ਵੀ ਠੀਕ ਰਹੇ ਹਫਤੇ ਦੇ ਵਿੱਚ ਤੇ ਲੈਟਸ ਸੇ ਤੁਸੀਂ ਇੱਕ ਵਾਰੀ ਵੀ ਯੂਜ਼ ਕਰ ਲੈਂਦੇ ਹੋ ਤ੍ਰਿਫਲਾ, ਇਟਸ ਸਟਿਲ ਗੁੱਡ, ਕਿਉਂਕਿ ਤੁਹਾਡਾ ਪੇਟ ਜਿਹੜਾ ਹੈਗਾ ਉਹ ਨਾਲ ਸਾਫ਼ ਹੋ ਰਿਹਾ ਹੈਗਾ। ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਇਹਦੇ ਨਾਲ ਹੀ ਠੀਕ ਹੋ ਜਾਂਦੀਆਂ। ਸੋ ਜਿਹੜਾ ਬੰਦਾ ਜਿਹਨੂੰ ਫॉर ਐਗਜ਼ਾਮਪਲ ਕੋਲੈਸਟਰੋਲ ਦੀ ਪ੍ਰੋਬਲਮ ਰਹਿ ਰਹੀ ਹੈਗੀ ਆ, ਉਹਦੇ ਵਾਸਤੇ ਵੀ ਨਾਲ ਜਿਹੜਾ ਤੁਸੀਂ ਤ੍ਰਿਫਲਾ ਯੂਜ਼ ਕਰ ਰਹੇ ਹੋ, ਨਾਲ ਤੁਸੀਂ ਅਰਜੁਨਾ ਜਿਹੜੀ ਹੈ ਉਹਨੂੰ ਸ਼ੁਰੂ ਕਰ ਦਿਓ, ਤੇ ਉਹਦੇ ਨਾਲ ਤੁਹਾਡਾ ਕੋਲੈਸਟਰੋਲ ਠੀਕ ਹੋਣਾ ਸ਼ੁਰੂ ਹੋ ਜਾਣਾ। ਸੇਮ ਜੇ ਕਿਸੇ ਨੂੰ ਗੋਲ ਬਲੈਡਰ ਦੇ ਸਟੋਨਸ ਦੀ ਪ੍ਰੋਬਲਮ ਆ ਰਹੀ ਹੈਗੀ ਆ, ਤੇ ਉਹਦੇ ਵਿੱਚ ਤੁਸੀਂ ਤ੍ਰਿਫਲਾ ਯੂਜ਼ ਕੀਤਾ, ਨਾਲ ਦੀ ਨਾਲ ਤੁਸੀਂ ਸੋਜਹਾਰ ਜਾਂ ਜਿਹੜੀ ਪੁਨਰਵਾ ਜਿਹੜੀ ਆ ਉਹਨੂੰ ਤੁਸੀਂ ਇਸਤੇਮਾਲ ਜਿਹੜੀ ਆ ਉਹਨੂੰ ਸ਼ੁਰੂ ਕਰ ਦਿਓ, ਨਾਲ ਦੀ ਨਾਲ ਉਹ ਗੋਲ ਸਟੋਨਸ ਜਿਹੜੇ ਹੈਗੇ ਉਹ ਵੀ ਘਟਣੇ ਸ਼ੁਰੂ ਹੋ ਜਾਂਦੇ। ਰਿਮੈਂਬਰ ਜਿਹੜੇ ਗੋਲ ਸਟੋਨਸ ਹੈਗੇ ਆ ਉਹ ਬਹੁਤੇ ਲੋਕਾਂ ਨੂੰ ਆਮ ਅਸੀਂ ਸੁਣਦੇ ਹੈਗੇ ਆ ਜੀ ਸਾਨੂੰ ਗੋਲ ਸਟੋਨਸ ਦੀ ਪ੍ਰੋਬਲਮ ਹੈਗੀ ਆ ਜਾਂ ਪਿੱਤੇ ਦੀ ਪੱਥਰੀ ਦੀ ਪ੍ਰੋਬਲਮ ਹੈ। ਬਹੁਤ ਲੋਕ ਜਿਹੜੇ ਹੈਗੇ ਆ ਸਪੈਸ਼ਲੀ ਤੁਸੀਂ ਦੇਖੋਗੇ ਜਿਨ੍ਹਾਂ ਲੋਕਾਂ ਨੂੰ ਇਹ ਪ੍ਰੋਬਲਮ ਹੈਗੀ ਆ, ਉਹਨਾਂ ਨੂੰ ਜ਼ਿਆਦਾਤਰ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਲੈਣ ਦੀ ਆਦਤ ਹੁੰਦੀ ਹੈਗੀ ਆ। ਉਹਦੇ ਵਿੱਚ ਚਾਹੇ ਉਹ ਜ਼ਿਆਦਾ ਦਹੀਂ ਖਾ ਰਹੇ ਆ ਰੈਗੂਲਰ ਬੇਸ ਦੇ ਉੱਤੇ ਹਰ ਰੋਜ਼, ਜਾਂ ਉਹ ਦੁੱਧ ਪੀ ਰਹੇ ਹੈਗੇ ਆ, ਕਿਉਂਕਿ ਇਹ ਜਿਹੜਾ ਕੈਲਸ਼ੀਅਮ ਡੈਪੋਜੀਸ਼ਨ ਹੈ ਸਾਡੀ ਬਾਡੀ ਦੇ ਵਿੱਚ ਜ਼ਿਆਦਾ ਸੌਰੀ ਇੱਕ ਮੈਂ ਹੋਰ ਐਡ ਕਰਾਂ, ਸਾਡੇ ਲੋਕਾਂ ਵਿੱਚ ਜ਼ਿਆਦਾ ਹੈਬਿਟ ਬਣ ਚੁੱਕੀ ਪਨੀਰ ਖਾਣ ਦੀ। ਪਨੀਰ ਡੈਫੀਨੇਟਲੀ ਨਾ ਹੋਵੇ ਦਾਲ ਸਬਜ਼ੀ ਤਾਂ ਉਹ ਵੀ ਕਈ ਵਾਰੀ ਜ਼ਿਆਦਾ ਕਹਿੰਦੇ ਵੀ ਸਬਜ਼ੀ ਬਣੀ ਨਹੀਂ ਵਧੀਆ। ਕੋਈ ਵੀ ਜਿਹੜੀ ਹਾਂਜੀ ਕੋਈ ਵੀ ਜਿਹੜੀ ਦੁੱਧ ਤੋਂ ਬਣੀ ਚੀਜ਼ ਜਿਹੜੀ ਹੈ ਜਿਹਦੇ ਵਿੱਚ ਕੈਲਸ਼ੀਅਮ ਜਿਹੜੀ ਹੈ ਨਾ ਉਹ ਥੋੜਾ ਜਿਹਾ ਜ਼ਿਆਦਾ ਹੋਣ ਦੀ ਵਜ੍ਹਾ ਦੇ ਕਰਕੇ
ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈਗੀ ਆ, ਜਿਹੜੀ ਜਿਹੜੀ ਦੁੱਧ ਤੋਂ ਆਈ ਹੋਈ ਹੈਗੀ ਹੈ ਨਾ। ਦ ਰੀਜ਼ਨ ਅਸੀਂ ਇਹ ਦੁੱਧ ਤੋਂ ਆਈ ਕਹਿੰਦੇ ਹੈਗੇ ਆ ਬਿਕਾਜ਼ ਜਿਹੜਾ ਦੁੱਧ ਦੇ ਵਿੱਚ ਕੈਲਸ਼ੀਅਮ ਹੈਗਾ ਹੈ ਉਹ ਸਾਡੀ ਬਾਡੀ ਐਕਚੁਅਲੀ ਉਹਨੂੰ ਪ੍ਰੋਪਰ ਅਬਜ਼ੌਰਬ ਨਹੀਂ ਕਰ ਸਕਦੀ। ਇਸੇ ਕਰਕੇ ਅਸੀਂ ਬੜੀ ਵਾਰੀ ਕਹਿੰਦੇ ਹੈਗੇ ਕਿ ਜਿਹੜਾ ਸਾਡਾ ਜਿਹੜਾ ਦੁੱਧ ਅਸੀਂ ਪੀਂਦੇ ਹੈਗੇ ਆ ਲਿਆ ਕੇ ਘਰਾਂ ਦੇ ਵਿੱਚ, ਉਹ ਐਕਚੁਅਲੀ ਸਾਡੇ ਵਾਸਤੇ ਠੀਕ ਨਹੀਂ ਹੈਗਾ, ਚੰਗਾ ਨਹੀਂ ਹੈਗਾ। ਕਦੀ ਕਦੀ ਜੇ ਤੁਸੀਂ ਲੈਂਦੇ ਹੈਗੇ ਹੋ ਡਿਫਰੈਂਟ ਸਟੋਰੀ, ਜਾਂ ਤੁਸੀਂ ਦੇਸੀ ਘਿਓ ਲੈਂਦੇ ਹੈਗੇ ਹੋ ਉਹ ਲੈ ਸਕਦੇ ਹੈਗੇ ਹੋ, ਬਟ ਅਦਰਵਾਈਜ਼ ਜਦੋਂ ਅਸੀਂ ਦੁੱਧ ਪੀਂਦੇ ਹੈਗੇ ਉਹਦਾ ਜਿਹੜਾ ਕੈਲਸ਼ੀਅਮ ਹੈ ਸਾਡੀ ਬਾਡੀ ਉਹਨੂੰ ਪ੍ਰੋਪਰ ਅਬਜ਼ੌਰਬ ਨਹੀਂ ਕਰ ਸਕਦੀ, ਨਾ ਹੀ ਜਿਹੜਾ ਉਹ ਦੁੱਧ ਹੈਗਾ ਸਾਡੀ ਬਾਡੀ ਉਹਨੂੰ ਡਾਈਜੈਸਟ ਕਰ ਸਕਦੀ ਹੈਗੀ ਹੈ। ਰਿਮੈਂਬਰ ਜਿਹੜੀ ਸਾਡੀ ਬਾਡੀ ਹੈਗੀ ਹੈ ਉਹ ਜਦੋਂ ਅਸੀਂ ਬੱਚੇ ਆਪਣੀ ਮਾਂ ਦਾ ਦੁੱਧ ਜਿਹੜਾ ਜਦੋਂ ਪੀ ਰਹੇ ਹੁੰਦੇ ਹੈਗੇ ਆ, ਉਸ ਟਾਈਮ ਨੈਚੁਰਲੀ ਤੌਰ ਦੇ ਉੱਤੇ ਜਿਹੜਾ ਇੱਕ ਲੈਕਟੇਸ ਐਂਜ਼ਾਈਮ ਹੈ ਸਾਡੀ ਬਾਡੀ ਉਹਨੂੰ ਬਣਾਉਂਦੀ ਹੈ। ਜਿਹੜਾ ਕਿ ਲੈਕਟੋਸ ਫ੍ਰੀ, ਜਿੱਦਾਂ ਦੁੱਧ ਕਈਆਂ ਨੇ ਦੇਖੇ ਹੋਣਗੇ ਹੈ ਨਾ, ਸੋ ਲੈਕਟੋਸ ਫ੍ਰੀ ਦਾ ਮਤਲਬ ਇਹ ਹੁੰਦਾ ਕਿ ਵੀ ਉਹਨਾਂ ਨੇ ਉਹਦੇ ਵਿੱਚੋਂ ਲੈਕਟੋਸ ਐਂਜ਼ਾਈਮ ਜਿਹੜਾ ਹੈਗਾ ਉਹਨੂੰ ਕੱਢਿਆ ਹੁੰਦਾ, ਤੇ ਜਾਂ ਉਹਨੂੰ ਲੈਕਟੇਸ ਜਿਹੜਾ ਐਂਜ਼ਾਈਮ ਉਹਦੇ ਵਿੱਚ ਪਾਇਆ ਹੁੰਦਾ ਸੋ ਦੈਟ ਕਿ ਲੈਕਟੇਸ ਜਿਹੜਾ ਉਹ ਲੈਕਟੋਸ ਨੂੰ ਬ੍ਰੇਕ ਡਾਊਨ ਕਰ ਸਕੇ। ਹੁਣ ਨੈਚੁਰਲੀ ਤੌਰ ਦੇ ਉੱਤੇ ਜਦੋਂ ਇੱਕ ਬੱਚਾ ਜਿਹੜਾ ਆ ਉਹ ਮਾਂ ਦਾ ਦੁੱਧ ਜਿਹੜਾ ਉਹਨੂੰ ਚੁੰਘ ਰਿਹਾ ਹੁੰਦਾ ਹੈਗਾ, ਉਸ ਟਾਈਮ ਦੇ ਉੱਤੇ ਨੈਚੁਰਲੀ ਤੌਰ ਦੇ ਉੱਤੇ ਬੱਚੇ ਦੇ ਬ੍ਰੇਨ ਦੇ ਵੱਲੋਂ ਲੈਕਟੇਸ ਐਂਜ਼ਾਈਮ ਬਣਾਇਆ ਜਾਂਦਾ, ਜਿਹੜਾ ਕਿ ਉਸ ਦੁੱਧ ਨੂੰ ਬ੍ਰੇਕ ਡਾਊਨ ਕਰਦਾ ਹੈਗਾ ਆ, ਤੇ ਉਹ ਸਾਡੀ ਬਾਡੀ ਉਹਨੂੰ ਕਰ ਦਿੰਦੀ ਹੈ, ਐਬਜ਼ੌਰਬ ਕਰਦੀ ਹੈਗੀ ਆ। ਉਹੀ ਦੁੱਧ ਜਿਹੜਾ ਹੈਗਾ ਸਾਨੂੰ ਚਾਹੀਦਾ। ਹੁਣ ਅੱਗੇ ਜਾ ਕੇ ਜਦੋਂ ਬੱਚੇ ਨੇ ਮਾਂ ਦਾ ਦੁੱਧ ਨੂੰ ਪੀਣਾ ਬੰਦ ਕਰ ਦਿੱਤਾ, ਉਸ ਟਾਈਮ ਦੇ ਉੱਤੇ ਉਹ ਸਾਡੀ ਲੈਕਟੇਸ ਐਂਜ਼ਾਈਮ ਦੀ ਪ੍ਰੋਡਕਸ਼ਨ ਵੀ ਬੰਦ ਹੋ ਜਾਂਦੀ ਆਟੋਮੈਟਿਕਲੀ। ਬਹੁਤ ਮਤਲਬ ਸਾਡੀ ਬਾਡੀ ਦੇ ਵਿੱਚ ਫੰਕਸ਼ਨਸ ਹੈਗੇ ਆ ਜਿਹੜੇ ਕਿ ਉਮਰ ਦੇ ਨਾਲ ਜਿਹੜੇ ਹੈਗੇ ਆ ਉਹ ਬੰਦ ਹੁੰਦੇ ਰਹਿੰਦੇ ਆ। ਇੱਕ ਬੱਚਾ ਜਿਹੜਾ ਹੈਗਾ ਜਦੋਂ ਵੱਧ ਰਿਹਾ ਆ, ਆਬਵੀਅਸਲੀ ਉਹਦੀ ਇੱਕ ਟਾਈਮ ਤਾਂ 10-12 ਸਾਲ ਤੱਕ ਉਹਦੀ ਉਮਰ ਕੱਦ ਵਧੇਗਾ, ਮੁੜ ਕੇ ਉਹ ਬੰਦ ਹੋ ਜਾਂਦਾ ਹੈ ਨਾ। ਇਸੇ ਤਰੀਕੇ ਦੇ ਨਾਲ ਹੀ ਕਈ ਚੀਜ਼ਾਂ ਹੈਗੀਆਂ ਬਾਡੀ ਦੀਆਂ ਜਿਹੜੀਆਂ ਕਿ ਉਮਰ ਦੇ ਨਾਲ ਚੱਲਦੀਆਂ ਆ, ਉਮਰ ਦੇ ਨਾਲ ਜਿਹੜੀਆਂ ਹੈਗੀਆਂ ਉਹ ਬੰਦ ਹੋ ਜਾਂਦੀਆਂ ਨਾਲੋਂ ਨਾਲ ਹੀ। ਸੋ ਇੱਕ ਇਹ ਲੈਕਟੇਸ ਐਂਜ਼ਾਈਮ ਵੀ ਜਿਹੜਾ ਆ ਸਿਰਫ ਉਦੋਂ ਹੀ ਪੈਦਾ ਹੁੰਦਾ ਆ ਜਦੋਂ ਬੱਚਾ ਦੁੱਧ ਪੀ ਰਿਹਾ ਹੁੰਦਾ ਮਾਂ ਦਾ। ਜਦੋਂ ਮਾਂ ਦਾ ਦੁੱਧ ਹੀ ਬੰਦ ਹੋ ਗਿਆ ਪੀਣਾ, ਤੇ ਉਸ ਟਾਈਮ ਦੇ ਉੱਤੇ ਲੈਕਟੇਸ ਐਂਜ਼ਾਈਮ ਵੀ ਬੰਦ। ਸੋ ਵਿਚ ਮੀਨਸ ਕਿ ਜਿਹੜਾ ਹੁਣ ਅੱਜ ਅਸੀਂ ਦੁੱਧ ਪੀ ਰਹੇ ਹਾਂ ਉਹ ਐਕਚੁਅਲੀ ਤਾਂ ਅਸੀਂ ਪਚਾ ਹੀ ਨਹੀਂ ਸਕਦੇ ਪਏ, ਉਹਦੇ ਵਿੱਚ ਤਾਂ ਲੈਕਟੇਸ ਐਂਜ਼ਾਈਮ ਹੈ ਹੀ ਨਹੀਂ। ਸੋ ਇਸ ਕਰਕੇ ਅੱਜ ਦੇ ਜ਼ਮਾਨੇ ਦੇ ਵਿੱਚ ਪਿੱਤੇ ਦੀ ਪੱਥਰੀ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਆ ਉਹ ਦੁੱਧ ਹੈ, ਜਾਂ ਦੁੱਧ ਤੋਂ ਬਣੀਆਂ ਚੀਜ਼ਾਂ, ਜਿਹੜੀਆਂ ਕਿ ਅਸੀਂ ਜਾਣੇ ਅਣਜਾਣੇ ਦੇ ਵਿੱਚ ਆਪਣੇ ਵੱਲੋਂ ਅਸੀਂ ਬਹੁਤ ਵਧੀਆ ਕਰ ਰਹੇ ਹੈਗੇ ਆ ਕਿ ਅਸੀਂ ਦੁੱਧ ਪੀ, ਕਿਉਂਕਿ ਬਹੁਤ ਲੋਕਾਂ ਨੂੰ ਇੱਕ ਭੁਲੇਖਾ ਰਹਿੰਦਾ ਗੁਰਪਾਲ ਜੀ ਕਿ ਜਦੋਂ ਅਸੀਂ ਦੁੱਧ ਪੀਂਦੇ ਹੈਗੇ ਆ ਤੇ ਉਹ ਸਾਨੂੰ ਜੀ ਤਾਕਤ ਆਏਗੀ, ਜਾਂ ਕਈ ਵਾਰੀ ਸਾਨੂੰ ਕਹਿਣਾ ਪੈਂਦਾ ਜੀ ਦੁੱਧ ਬੰਦ ਕਰ ਦੇ, ਨਹੀਂ ਦੁੱਧ ਬੰਦ ਕਰ ਦਿੱਤਾ ਤੇ ਫਿਰ ਮੇਰੇ ਚ ਤਾਂ ਮੈਂ ਲਿੱਸਾ ਹੋ ਜੂ, ਮੇਰੇ ਚ ਤਾਕਤ ਖਤਮ ਹੋ ਜੂ। ਸੋ ਮੈਂ ਹਮੇਸ਼ਾ ਕਹਿੰਦਾ ਹੈਗਾ ਆ ਕਿ ਜਿਹੜੀ ਜਿਹੜਾ ਹਾਥੀ ਹੈ ਨਾ ਐਡਾ ਵੱਡਾ, ਉਹ ਕਿਸੇ ਦਾ ਦੁੱਧ ਥੋੜ੍ਹਾ ਪੀਂਦਾ, ਐਡਾ ਵੱਡਾ ਤੁਸੀਂ ਦੇਖੋ ਕਿ ਉਹ ਦਰਖਤਾਂ ਨੂੰ ਜਿਹੜਾ ਜੜ੍ਹਾਂ ਤੋਂ ਪੱਟ ਦਿੰਦਾ, ਤੇ ਉਹ ਬਿਲਕੁਲ ਵੈਜੀਟੇਰੀਅਨ ਇੱਕ ਉਹ ਐਨੀਮਲ ਹੈਗਾ, ਤੇ ਉਹਦੀਆਂ ਹੱਡੀਆਂ ਫਿਰ ਕਿੱਦਾਂ ਮਜ਼ਬੂਤ ਹੋ ਗਈਆਂ ਪੱਤੇ ਪੁੱਤੇ ਖਾ ਕੇ, ਕਿਉਂਕਿ ਜਿਹੜਾ ਸਾਡੀ ਫਲਾਂ ਦੇ ਵਿੱਚ, ਹਾਂਜੀ ਜਿਹੜਾ ਸਾਡੇ ਫਰੂਟਸ ਦੇ ਵਿੱਚ, ਜਿਹੜੇ ਸਾਡੇ ਸਬਜ਼ੀਆਂ ਦੇ ਵਿੱਚ ਜਿਹੜਾ ਕੈਲਸ਼ੀਅਮ ਹੈਗਾ ਹੈ ਨਾ, ਉਹ ਹੀ ਅਸੀਂ ਅਬਜ਼ੌਰਬ ਕਰ ਸਕਦੇ ਹੈਗੇ ਆ, ਹੋਰ ਦੂਸਰਾ ਜਿਹੜਾ ਹੈਗਾ ਅਸੀਂ ਅਬਜ਼ੌਰਬ ਹੀ ਨਹੀਂ ਕਰ ਸਕਦੇ ਐਜ਼ ਏ ਹਿਊਮਨ। ਹਾਂ ਜਿਹੜੇ ਹੈਗੇ ਆ ਹੋਰ ਕਈ ਜਾਨਵਰ ਹੈਗੇ ਆ ਜਿਹੜੇ ਬਹੁਤ ਚੀਜ਼ਾਂ ਨੂੰ ਅਬਜ਼ੌਰਬ ਕਰ ਸਕਦੇ, ਸਾਡੀ ਬਾਡੀ ਦੇ ਵਿੱਚ ਇਹ ਐਂਜ਼ਾਈਮ ਹੈ ਹੀ ਨਹੀਂ ਹੈ। ਸੋ ਅਸੀਂ ਇਹ ਧੱਕਾ ਕਰ ਰਹੇ ਹਾਂ, ਤੇ ਉਹਦੇ ਨਾਲ ਫਿਰ ਜਿਹੜੀ ਹੈਗੀ ਆ ਫਿਰ ਉਹ ਪ੍ਰੋਬਲਮਸ ਜਿਹੜੀਆਂ ਉਹ ਸਾਨੂੰ ਕਈ ਤਰੀਕੇ ਦੀਆਂ ਆਉਂਦੀਆਂ ਹੈਗੀਆਂ ਰੈਗੂਲਰ ਬੇਸ ਦੇ ਉੱਤੇ। ਕਦੀ ਵੀ ਸਪੈਸ਼ਲੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਸਾਰਿਆਂ ਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਦੁੱਧ ਜਿਹੜਾ ਹੈਗਾ ਉਹ ਚੋਇਆ ਜਾਂਦਾ ਫੈਕਟਰੀਆਂ ਦੇ ਵਿੱਚ। ਸੋ ਮਤਲਬ ਬਹੁਤ ਜ਼ਿਆਦਾ ਪ੍ਰੋਬਲਮੈਟਿਕ ਚੀਜ਼ ਜਿਹੜੀ ਆ ਉਹ ਸਾਡੀ ਬਾਡੀ ਦੇ ਵਾਸਤੇ ਹੋ ਜਾਂਦੀ ਹੈ ਜਦੋਂ ਅਸੀਂ ਰੈਗੂਲਰ ਬੇਸ ਦੇ ਉੱਤੇ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਦੇ ਹੈਗੇ ਹਾਂ। ਸੋ ਕੋਸ਼ਿਸ਼ ਕਰੋ ਇਹ ਚੀਜ਼ਾਂ ਨੂੰ ਅਵੋਇਡ ਕਰੋ। ਸਾਨੂੰ ਕਿਸੇ ਨੂੰ ਵੀ ਜਿਹੜੇ ਅਡਲਟ ਹੈਗੇ ਆ, ਕਿਸੇ ਜਾਂ ਬੱਚਿਆਂ ਦੇ ਵਿੱਚ ਵੀ, ਜਦੋਂ ਮਤਲਬ ਬੱਚਾ ਆਪਣੀ ਮਾਂ ਦਾ ਦੁੱਧ ਛੱਡ ਦਿੰਦਾ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਕਿਸੇ ਨੂੰ ਵੀ ਐਕਚੁਅਲੀ ਦੁੱਧ ਦੀ ਜ਼ਰੂਰਤ ਨਹੀਂ ਹੈਗੀ। ਉਹ ਇੱਕ ਸਿਰਫ ਸਾਨੂੰ ਇੱਕ ਕਹਿ ਲਓ ਕਿ ਇੱਕ ਮਿੱਥ ਬਣੀ ਹੋਈ ਹੈ ਕਿ ਅਸੀਂ ਦੁੱਧ ਪੀਵਾਂਗੇ ਤੇ ਬੱਚੇ ਜਿਹੜੇ ਉਹ ਜ਼ਿਆਦਾ ਵੱਡੇ ਹੋਣਗੇ। ਕਈ ਵਾਰੀ ਕਈ ਮਾਵਾਂ ਜਿਹੜੀਆਂ ਨੇ ਜਦੋਂ ਬੱਚਾ ਪੈਦਾ ਕਰਦੇ ਨੇ ਉਹ ਚਾਹੁੰਦੀਆਂ ਨੇ ਵੀ ਜਾਣੀ ਕਿ ਦੁੱਧ ਬੱਚੇ ਨੂੰ ਪਿਲਾਇਆ ਜਾਵੇ, ਜੇ ਬੱਚੇ ਨੂੰ ਦੁੱਧ ਪਿਲਾਵਾਂਗੇ ਤੇ ਮੇਰੀ ਛਾਤੀ ਦੇ ਕਰਕੇ ਮੇਰੇ ਫੇਸ ਦੀ ਬਿਊਟੀ ਜਾਣੀ ਕਿ ਖਰਾਬ ਹੋਵੇਗੀ, ਤੇ ਜਾਂ ਫਿਰ ਕਈ ਮਾਤਾਵਾਂ ਇਦਾਂ ਦੀਆਂ ਹੁੰਦੀਆਂ ਕਈਆਂ ਦਾ ਜਾਣੀ ਕਿ ਦੁੱਧ ਉਤਰਦਾ ਹੀ ਨਹੀਂ, ਤੇ ਫਿਰ ਉਹਦੇ ਵਾਸਤੇ ਕੀ ਤੁਸੀਂ ਇਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਜੀ? ਨਹੀਂ ਦੇਖੋ ਇਦਾਂ ਹੁੰਦਾ ਹੈ ਕਿ ਦੁੱਧ ਐਕਚੁਅਲੀ ਜਿਹੜਾ ਮੈਟਰ ਆਫ ਫੈਕਟ ਉਤਰਦਾ ਹੁੰਦਾ ਹੈਗਾ ਹੈ, ਕਿਉਂਕਿ ਜਿੱਦਾਂ ਜਿਸ ਤਰੀਕੇ ਦੇ ਨਾਲ ਹੀ ਜਦੋਂ ਬੱਚੇ ਨੂੰ ਮਤਲਬ ਗਰਭ ਦੇ ਵਿੱਚ ਜਾਣਾ ਹੈਗਾ ਉਸੇ ਟਾਈਮ ਹੀ
ਬੋਡੀ ਦੇ ਜਿਹੜੇ ਹੈਗੇ ਉਹ ਐਂਜ਼ਾਈਮ ਜਿਹੜੇ ਕਈ ਹਾਰਮੋਨਸ ਹੁੰਦੇ ਹੈਗੇ ਆ ਜਿਹੜੇ ਕਿ ਬਣਨੇ ਸ਼ੁਰੂ ਹੋ ਜਾਂਦੇ ਆ ਮਦਰ ਦੇ ਵਿੱਚ, ਤੇ ਉਹ ਇਸ ਜਸਟ ਕਿ ਉਹ ਘੱਟ ਮਾਤਰਾ ਦੇ ਵਿੱਚ ਹੋ ਸਕਦਾ ਹੈਗਾ ਆ, ਪਰ ਉਹ ਜਿਹੜਾ ਜਦੋਂ ਇੱਕ ਵਾਰੀ ਜਦੋਂ ਡਿਲੀਵਰੀ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕਈ ਤਰੀਕੇ ਦੀਆਂ ਜੜੀਆਂ ਬੂਟੀਆਂ ਹੁੰਦੀਆਂ। ਇੱਕ ਜਿਹੜੀ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈਗੀ ਆ ਉਹ ਹੈਗੀ ਆ ਸ਼ਤਾਵਰੀ ਤੇ ਮਿਲਕ ਥਿਸਲ। ਜਦੋਂ ਮਿਲਕ ਥਿਸਲ ਨੂੰ ਵੀ ਤੁਸੀਂ ਲੈਂਦੇ ਹੈਗੇ ਹੋ ਉਹਦੇ ਨਾਲ ਵੀ ਜਿਹੜੀ ਆ ਉਹ ਜਿਹੜੀ ਮਾਂ ਦੀ ਮਿਲਕ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਹੈਗੀ ਹੈ। ਤੇ ਜਾਂ ਤੁਸੀਂ ਜੇ ਸ਼ਤਾਵਰੀ ਲੈਂਦੇ ਹੈਗੇ ਉਹਦੇ ਨਾਲ ਵੀ ਜਿਹੜੀ ਆ ਉਹ ਤੁਹਾਡੀ ਜਿਹੜੀ ਮਿਲਕ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਹੈ। ਸੋ ਉਹ ਕੋਈ ਵੱਡੀ ਗੱਲ ਨਹੀਂ ਹੈਗੀ, ਉਹ ਆਮ ਹੁੰਦਾ ਹੈਗਾ ਕਿ ਹੋ ਸਕਦਾ ਹੈ ਕਿ ਕਿਸੇ ਮਦਰ ਦੇ ਦੁੱਧ ਜਿਹੜਾ ਹੈਗਾ ਉਹ ਥੋੜਾ ਹੋਵੇ ਬੱਚੇ ਦੇ ਵਾਸਤੇ, ਤੇ ਉਹਨੂੰ ਜਿਹੜਾ ਇਸ ਤਰੀਕੇ ਦੇ ਨਾਲ ਉਹਨੂੰ ਵਧਾਇਆ ਜਾ ਸਕਦਾ ਹੈਗਾ, ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ। ਇਟਸ ਵੈਰੀ ਨਾਰਮਲ ਮੈਟਰ ਆਫ ਫੈਕਟ ਕਿ ਇਦਾਂ ਹੁੰਦਾ ਹੈਗਾ ਆ, ਪਰ ਉਹਦੇ ਨਾਲ ਇਹ ਚੀਜ਼ਾਂ ਕਰਨ ਦੇ ਨਾਲ ਬਿਲਕੁਲ ਸੇਫ ਇਹ ਚੀਜ਼ਾਂ ਹੁੰਦੀਆਂ ਹੈਗੀਆਂ, ਔਰ ਕਈ ਸਦੀਆਂ ਤੋਂ ਲੋਕ ਜਿਹੜੇ ਹੈਗੇ ਇਹਨਾਂ ਨੂੰ ਯੂਜ਼ ਕਰਦੇ ਆ ਰਹੇ ਹੈਗੇ ਆ। ਸੋ ਉਹ ਨਾਰਮਲ ਤੌਰ ਦੇ ਉੱਤੇ ਕੋਈ ਪ੍ਰੋਬਲਮ ਨਹੀਂ ਆਉਂਦੀ। ਤੁਹਾਡੇ ਹਿਸਾਬ ਨਾਲ ਵੀ ਬਿਊਟੀ ਵਾਸਤੇ ਬਿਊਟੀ ਸਗੋਂ ਇਹਦੇ ਨਾਲ ਸਗੋਂ ਜ਼ਿਆਦਾ ਨਿਖਰਦੀ ਹੈ ਨਾ, ਜੇਕਰ ਦੇਖਿਆ ਜਾਵੇ ਤਾਂ। ਹਾਂਜੀ ਹਾਂਜੀ ਬਿਲਕੁਲ ਜੀ, ਜਦੋਂ ਨੈਚੁਰਲੀ ਤੌਰ ਦੇ ਉੱਤੇ ਜਿਹੜਾ ਆ ਉਹ ਤੁਸੀਂ ਆਪਣੇ ਆਪ ਨੂੰ ਨੈਚੁਰਲੀ ਤੌਰ ਦੇ ਉੱਤੇ ਚੀਜ਼ਾਂ ਲੈਂਦੇ ਹੈਗੇ ਹੋ ਜਾਂ ਆਪਣੇ ਆਪ ਨੂੰ ਬਾਡੀ ਨੂੰ ਪ੍ਰੋਵਾਈਡ ਕਰਦੇ ਹੋ, ਉਹਦੇ ਨਾਲ ਡੈਫੀਨੇਟਲੀ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਡੀ ਠੀਕ ਰਹਿੰਦੀ ਹੈ। 905 874 33 33 ਨੇ ਗੱਲਬਾਤ ਕੀਤੀ ਕਿ ਲੋਕ ਜਾਣ ਕੇ ਵਿੱਚ ਵਿਚਾਲੇ ਭੁੱਲ ਗਏ ਸੀ ਤੇ ਲੇਕਿਨ ਫਿਰ ਇੱਧਰਲੀ ਸਾਈਡ ਨੂੰ ਆ ਰਹੇ ਨੇ। ਜੜੀ ਬੂਟੀਆਂ ਸ਼ੁਰੂ ਤੋਂ ਸਾਡਾ ਸਾਥ ਦਿੰਦੀਆਂ ਰਹੀਆਂ ਨੇ ਤੇ ਜੜੀ ਬੂਟੀਆਂ ਦਾ ਇਤਿਹਾਸ ਬੜਾ ਪੁਰਾਣਾ ਹੈ, ਜਾਂ ਕਹਿ ਲਓ ਵੀ ਜਦੋਂ ਦਾ ਮਨੁੱਖਤਾ ਦੀ ਪੈਦਾਵਾਰ ਹੋਈ ਉਦੋਂ ਦਾ ਜਾਂ ਉਸ ਤੋਂ ਵੀ ਪੁਰਾਣਾ ਹੈ। ਤੇ ਜਿਵੇਂ ਕਹਿੰਦੇ ਕਿ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਉਹ ਪਰਮਾਤਮਾ ਅੰਨ ਦਾ ਪ੍ਰਬੰਧ ਕਰ ਦਿੰਦਾ, ਇਸ ਕਰਕੇ ਇਨਸਾਨ ਦੇ ਪੈਦਾ ਹੋਣ ਤੋਂ ਪਹਿਲੇ ਜੜੀ ਬੂਟੀਆਂ ਨੂੰ ਪਹਿਲਾਂ ਪੈਦਾ ਕਰ ਦਿੱਤਾ ਗਿਆ ਸੀ। ਇਹ ਜੜੀ ਬੂਟੀਆਂ ਦੇ ਜਦੋਂ ਇਤਿਹਾਸ ਦੀ ਆਪਾਂ ਗੱਲਬਾਤ ਕਰਦੇ ਹਾਂ, ਇਹਨਾਂ ਦੀਆਂ ਖੋਜਾਂ ਖੋਜ ਕਰਕੇ ਇੱਕ ਅਜੇ ਬਹੁਤੀਆਂ ਖੋਜਾਂ ਅਜੇ ਖੋਜਣੀਆਂ ਬਾਕੀ ਨੇ। ਕਿਹੜੀਆਂ ਜੜੀ ਬੂਟੀਆਂ ਸਾਡੇ ਵਾਸਤੇ ਕਿੰਨੀਆਂ ਕੁ ਲਾਹੇਵੰਦ ਹੋ ਸਕਦੀਆਂ ਨੇ, ਇਹ ਲਾਹੇਵੰਦ ਸਾਡੇ ਵਾਸਤੇ ਕਿਉਂ ਨੇ, ਜਿਸ ਤਰੀਕੇ ਨਾਲ ਥੋੜਾ ਜਿਹਾ ਦਾ ਜ਼ਿਕਰ ਤੁਸੀਂ ਕਰ ਦਿੱਤਾ ਕਿ ਜੜੀ ਬੂਟੀਆਂ ਦੇ ਜੜੀਆਂ ਸਾਡੇ ਦੁਆਰਾ ਅਸੀਂ ਜੇਕਰ ਇਹਨਾਂ ਚੀਜ਼ਾਂ ਨੂੰ ਖਾਵਾਂਗੇ ਤੇ ਅਸੀਂ ਸਟਰੋਂਗ ਬਣਾਂਗੇ। ਜੇਕਰ ਹਿਊਮਨ ਦਾ ਦੁੱਧ ਹੈ ਤੇ ਇਹ ਹਿਊਮਨ ਵਾਸਤੇ ਹੀ ਹੈ, ਜੇਕਰ ਤੁਸੀਂ ਹੋਰ ਮੱਝਾਂ ਗਾਵਾਂ ਦੇ ਦੁੱਧਾਂ ਨੂੰ ਪੀਂਦੇ ਹੋ ਉਹ ਸਾਡੇ ਲਈ ਨੁਕਸਾਨਦੇਹ ਹੈ ਤਾਂ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਵਗੈਰਾ ਪੈਣਗੀਆਂ। ਤੇ ਇਹ ਜੜੀ ਬੂਟੀਆਂ ਜਾਂ ਕਹਿ ਲਓ ਵੀ ਕੁਦਰਤੀ ਜਿਹੜੀ ਬਨਸਪਤੀ ਹੈ ਸਾਡੇ ਵਾਸਤੇ ਜ਼ਿਆਦਾ ਫਾਇਦੇਮੰਦ ਕਿਉਂ? ਦੇਖੋ ਜਿਹੜੀ ਸਾਡੀ ਬਾਡੀ ਹੈਗੀ ਆ ਇਹ ਹਿਊਮਨ ਐਵੋਲੂਸ਼ਨ ਦੇ ਜ਼ਰੀਏ ਜਿਹੜਾ ਉਹ ਅਸੀਂ ਮਤਲਬ ਨਿਕਲੇ ਹੋਏ ਹੈਗੇ ਆ ਸ਼ੁਰੂ ਦੇ ਵਿੱਚ। ਇਸੇ ਕਰਕੇ ਕਹਿੰਦੇ ਹੈਗੇ ਆ ਕਿ ਸਾਡੀ ਜਿਹੜੀ ਬਾਡੀ ਹੈਗੀ ਆ ਉਹਦੇ ਵਿੱਚ ਲਿਟਰਲੀ ਜਿੰਨੀਆਂ ਵੀ ਸਾਡੇ ਪੂਰੇ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਆ ਉਹਨਾਂ ਦੇ ਲਿਟਰਲੀ 50% DNA ਜਿਹੜਾ ਉਹ ਅਸੀਂ ਸ਼ੇਅਰ ਕਰਦੇ ਹਾਂ ਸਾਡੀ ਬਾਡੀ ਦੇ ਵਿੱਚ ਜਿਹੜੀਆਂ। ਸੋ ਵਿਚ ਮੀਨਸ ਕਿ ਜਿੰਨੀਆਂ ਚੀਜ਼ਾਂ ਬਾਹਰ ਹੈਗੀਆਂ ਆ ਉਹ ਸਾਰੀਆਂ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਅਸੀਂ ਆਪਣੀ ਬਾਡੀ ਦੇ ਉੱਤੇ ਵੀ ਹੰਡਾਈਆਂ ਹੋਈਆਂ ਹੈ। ਸੋ ਜੋ ਵੀ ਅਸੀਂ ਖਾ ਰਹੇ ਹਾਂ ਚੀਜ਼ਾਂ, ਜੋ ਵੀ ਅਸੀਂ ਕਰ ਰਹੇ ਹੈਗੇ ਆ, ਉਹ ਸਾਡੇ DNA ਦੇ ਵਿੱਚੋਂ ਦੀ ਜਿਹੜੀਆਂ ਨਿਕਲ ਕੇ ਗਈਆਂ ਹੋਈਆਂ ਹੈਗੀਆਂ। ਸੋ ਹਰ ਇੱਕ ਚੀਜ਼ ਸਾਡੀ ਬਾਡੀ ਜਿਹੜੀ ਉਹਨੂੰ ਰੈਕੋਗਨਾਈਜ਼ ਕਰਦੀ ਆ। ਇਹ ਵੀ ਇੱਕ ਚੀਜ਼ ਹੁੰਦੀ ਹੈਗੀ ਆ ਕਿ ਜੋ ਅਸੀਂ ਖਾ ਰਹੇ ਹੈਗੇ ਆ, ਜੋ ਸਾਡੀ ਬਾਡੀ ਨੂੰ ਮਿਲੀਅਨ ਸਾਲ ਪਹਿਲਾਂ ਜੇ ਕੋਈ ਪਲੇਗ ਦੀ ਬਿਮਾਰੀ ਲੱਗੀ ਸੀਗੀ ਐਗਜ਼ਾਮਪਲ ਦੇ ਤੌਰ ਦੇ ਉੱਤੇ, ਤੇ ਉਹ ਪਲੇਗ ਨੂੰ ਕਿਸ ਤਰੀਕੇ ਦੇ ਉਹਦੇ ਵਾਇਰਸ ਨੂੰ ਕਿਸ ਤਰੀਕੇ ਦੇ ਨਾਲ ਅਗਲੀ ਵਾਰੀ ਤੋਂ ਉਹਨੂੰ ਪ੍ਰੋਟੈਕਟ ਕਰਕੇ ਉਹਨੂੰ ਖਤਮ ਕਰਨਾ, ਇਹ ਬਾਡੀ ਹੌਲੀ ਹੌਲੀ ਉਹਨੂੰ ਸਿੱਖਦੀ ਹੈ। ਕਈ ਮਿਲੀਅਨ ਸਾਲ ਜਿਹੜੇ ਹੈਗੇ ਇਹਨਾਂ ਚੀਜ਼ਾਂ ਨੂੰ ਲੱਗ ਜਾਂਦੇ ਹੈਗੇ ਆ ਸਿੱਖਣ ਨੂੰ। ਐਂਡ ਜਿੱਦਾਂ ਹੁਣ ਕੋਵਿਡ ਦੀ ਚੱਲ ਰਹੀ ਹੈਗੀ ਹੈ, ਉਹਦੇ ਵਿੱਚ ਸਾਡੀ ਇਮਿਊਨਿਟੀ ਜਿਹੜੀ ਉਹ ਸਟਰੋਂਗ ਹੋ ਰਹੀ ਹੈਗੀ ਹੈ ਸਾਰਿਆਂ ਦੀ। ਸੋ ਉਹਦੇ ਨਾਲ ਕੀ ਹੋਣਾ ਵੀ ਜਦੋਂ ਅਗਲੀ ਵਾਰੀ ਜਦੋਂ ਇਦਾਂ ਦਾ ਕੋਈ ਆਉਣੀ ਹੈਗੀ ਚੀਜ਼, ਉਹ ਸਾਡੀ ਬਾਡੀ ਉਹਦੇ ਲਈ ਪ੍ਰਪੇਅਰ ਹੋ ਜਾਣੀ, ਉਹ ਵੀ ਸਾਡੇ DNA ਦੇ ਵਿੱਚ ਜਿਹੜੀ ਆ ਉਹ ਫਿੱਟ ਹੋ ਜਾਂਦੀ ਹੈ ਇਨਫੋਰਮੇਸ਼ਨ ਇੱਕ। ਸੋ ਇਦਾਂ ਦੀਆਂ ਇਨਫੋਰਮੇਸ਼ਨਸ ਜਿਹੜੀਆਂ ਮਿਲੀਅਨਸ ਸਾਲਾਂ ਤੋਂ ਸਾਡੀ ਬਾਡੀ ਦੇ DNA ਦੇ ਅੰਦਰ ਜਿਹੜੀਆਂ ਉਹ ਰਿਕਾਰਡ ਹੁੰਦੀਆਂ ਰਹਿੰਦੀਆਂ ਹੌਲੀ ਹੌਲੀ। ਜਿਹੜੀਆਂ ਇਹ ਜੜੀਆਂ ਬੂਟੀਆਂ ਹੈਗੀਆਂ ਇਹ ਵੀ ਸਾਡੀ ਬਾਡੀ ਦੇ ਅੰਦਰ ਰਿਕਾਰਡ ਹੋਈਆਂ ਆ ਕਿ ਜਦੋਂ ਅਸੀਂ ਇਹ ਖਾਣੀ ਹੈਗੀ ਆ ਤੇ ਸਾਨੂੰ ਰਾਹਤ ਮਿਲਣੀ ਹੈ, ਸਾਨੂੰ ਕੋਈ ਨਾ ਕੋਈ ਚੀਜ਼ ਜਿਹੜੀ ਹੈ ਸਾਨੂੰ ਠੀਕ ਕਰਨੀ ਹੈ ਨੇ, ਜਾਂ ਉਹਨੇ ਸਾਡੀ ਬਾਡੀ ਦੇ ਅੰਦਰ એનર્ਜੀ ਦੇਣੀ ਹੈਗੀ ਆ। ਸੋ ਉਹ ਜਿਹੜੀ ਚੀਜ਼ ਹੈਗੀ ਉਹ ਸਾਡੀ ਬਾਡੀ ਕਦੀ ਵੀ ਉਹਨੂੰ ਉਤੋਂ ਰਿਐਕਟ ਨਹੀਂ ਕਰਦੀ। ਜਦੋਂ ਅਸੀਂ ਕੋਈ ਵੀ ਅਨਨੈਚੁਰਲ ਚੀਜ਼ ਲੈਂਦੇ ਹੈਗੇ ਆ ਤੇ ਉਹ ਬਾਡੀ ਜਿਹੜੀ ਸਾਡੀ ਉਹਨੂੰ ਰਿਐਕਟ ਕਰਦੀ ਹੈ ਤੇ ਮੈਟਰ ਆਫ ਫੈਕਟ ਉਹ ਉਹਨੂੰ ਬਾਡੀ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਬਾਡੀ ਨੂੰ ਲੱਗਦਾ ਕਿ ਉਹ ਸਾਡੀ ਪਾਰਟ ਨਹੀਂ ਹੈਗਾ। ਸੋ ਇਸ ਕਰਕੇ ਜਦੋਂ ਵੀ ਅਸੀਂ ਕੋਈ ਵੀ
ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਚਾਹੇ ਓਵਰ ਦਾ ਕਾਊਂਟਰ ਪੇਨ ਕਿਲਰ ਮੈਡੀਕੇਸ਼ਨ ਜਿਹੜੀ ਹੈ, ਜਦੋਂ ਅਸੀਂ ਕੋਈ ਵੀ ਖਾਂਦੇ ਹਾਂ, ਸਾਡੀ ਬਾਡੀ ਦਾ ਸਭ ਤੋਂ ਪਹਿਲਾ ਜ਼ੋਰ ਇਹ ਲੱਗਾ ਹੁੰਦਾ ਕਿ ਉਸ ਦਵਾਈ ਦੇ ਵਿੱਚੋਂ ਕੋਈ ਵੀ ਉਹਦਾ ਪਾਰਟ ਜਿਹੜਾ ਨਿਕਲ ਨਾ ਸਕੇ, ਬਲੱਡ ਦੇ ਅੰਦਰ ਫੈਲ ਨਾ ਸਕੇ। ਸਭ ਤੋਂ ਪਹਿਲਾਂ ਜਿਹੜੀ ਬਾਡੀ ਇਹੀ ਕਰਦੀ ਹੁੰਦੀ ਹੈਗੀ ਹੈ। ਸੋ ਉਹਦੇ ਵਿੱਚ ਉਹ ਕਾਮਯਾਬ ਹੋ ਜਾਂਦੀ ਹੈ। ਪਰ ਇਸੇ ਕਰਕੇ ਜਿਹੜੀਆਂ ਡਰੱਗਸ ਕੰਪਨੀਜ਼ ਹੁੰਦੀਆਂ ਹੈਗੀਆਂ, ਉਹਨਾਂ ਨੂੰ ਪਤਾ ਹੈ ਕਿ ਸਾਡੀ ਬਾਡੀ ਦੀ ਕਪੈਸਿਟੀ ਕੀ ਹੈ, ਕਿਉਂਕਿ ਇਸੇ ਕਰਕੇ ਸਾਰੀਆਂ ਸਟੱਡੀਜ਼ ਕੀਤੀਆਂ ਜਾਂਦੀਆਂ ਜਦੋਂ ਕੋਈ ਵੀ ਜਿਹੜੀ ਦਵਾਈ ਹੈਗੀ ਆ ਉਹਨੂੰ ਮਾਰਕੀਟ ਦੇ ਵਿੱਚ ਸਿੱਟਿਆ ਜਾਂਦਾ। ਉਹਦੇ ਵਿੱਚ ਕਈ ਤਰੀਕੇ ਦੀਆਂ ਸਟੱਡੀਜ਼ ਆ, ਡਬਲ ਬਲਾਈਂਡਡ ਸਟੱਡੀ ਆ, ਪਲੇਸੀਬੋ ਸਟੱਡੀ ਆ, ਕੰਟਰੋਲਡ ਗਰੁੱਪ ਸਟੱਡੀਜ਼ ਆ। ਇਸ ਤਰੀਕੇ ਦੀਆਂ ਸਟੱਡੀਜ਼ ਇਸੇ ਕਰਕੇ ਕੀਤੀਆਂ ਜਾਂਦੀਆਂ ਕਿ ਉਹ 'ਚ ਪਤਾ ਕੀਤਾ ਜਾ ਸਕੇ ਕਿ ਸਾਡੀ ਜਿਹੜੀ ਬਾਡੀ ਦੇ ਵਿੱਚ ਕਿੰਨੇ % ਇਹ ਦਵਾਈ ਜਿਹੜੀ ਹੈਗੀ ਐਕਚੁਅਲੀ ਬਲੱਡ ਦੇ ਵਿੱਚ ਲੀਕ ਹੋ ਗਈ, ਕਿਉਂਕਿ ਸਾਡੀ ਬਾਡੀ ਦੀ ਵੀ ਇੱਕ ਕਪੈਸਿਟੀ ਹੈ ਨਾ। ਉਸ ਕਪੈਸਿਟੀ ਦੇ ਵਿੱਚ ਜਦੋਂ ਪਹਿਲਾਂ ਤਾਂ ਬਾਡੀ ਨੇ ਜਿਹੜਾ ਉਸ ਡਰੱਗ ਨੂੰ ਜਿਹੜਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ, ਉਹਦੇ ਵਿੱਚੋਂ ਕੁਛ ਪਾਰਟ ਜਿਹੜਾ ਜਦੋਂ ਨਿਕਲ ਗਿਆ, ਉਹਦਾ ਇਫੈਕਟ ਕੀ ਹੋਣਾ ਸਾਡੀ ਬਾਡੀ ਦੇ ਉੱਤੇ, ਉਸ ਚੀਜ਼ ਨੂੰ ਐਕਚੁਅਲੀ ਸਟੱਡੀ ਕੀਤਾ ਜਾਂਦਾ ਹੈ। ਸੋ ਉਸ ਬੇਸ ਦੇ ਉੱਤੇ ਫਿਰ ਉਹ ਜਿਹੜੀ ਦਵਾਈ ਹੁੰਦੀ ਹੈਗੀ ਆ, ਉਹਦੇ ਕੀ ਰਿਜ਼ਲਟ ਹੈਗੇ ਆ, ਕਿੰਨੀ ਉਹ ਇਫੈਕਟਿਵ ਹੈਗੀ ਆ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਚੀਜ਼ਾਂ ਨੂੰ ਉਹਨਾਂ ਦੀ ਸਟੱਡੀ ਕਰਕੇ, ਇਸੇ ਕਰਕੇ ਉਹ ਸਟੱਡੀਜ਼ ਜਿਹੜੀਆਂ ਹੁੰਦੀਆਂ ਉਹ 9-9 10-10 ਸਾਲ, ਕਈ 20-20 ਸਾਲ ਵੀ ਚੱਲਦੀਆਂ। ਜਿਹੜਾ ਕੋਵਿਡ ਵਾਲਾ ਇੰਜੈਕਸ਼ਨ ਸੀਗਾ, ਉਹਨੂੰ ਐਕਸਪੀਡਾਈਟਡ ਸਟੱਡੀ ਦੇ ਵਿੱਚ ਪਾਇਆ ਗਿਆ ਸੀਗਾ। ਇਸੇ ਕਰਕੇ ਉਹ 3 ਤੋਂ 6 ਮਹੀਨੇ ਦੇ ਵਿੱਚ ਜਿਹੜੀ ਸੀਗੀ ਉਹਦੀ ਸਟੱਡੀ ਡਨ ਕਰ ਦਿੱਤੀ ਗਈ ਸੀ, ਕਿਉਂਕਿ ਉਹ ਐਕਸਪੀਡਾਈਟਡ ਕੀਤਾ ਉਹਨਾਂ ਨੇ। ਫਿਰ ਵੀ ਇਹਦਾ ਵੀ ਉਹ ਪ੍ਰੋਸੈਸ ਸਾਰਾ ਸੇਮ ਹੈ, ਇਸ ਜਸਟ ਕਿ ਉਹ ਪ੍ਰੋਸੈਸ ਨੂੰ ਉਹਨਾਂ ਨੇ ਫਾਸਟ ਕਰ ਦਿੱਤਾ। ਸੋ ਇਹ ਜਦੋਂ ਸਟੱਡੀਜ਼ ਜਿਹੜੀਆਂ ਚੱਲਦੀਆਂ, ਫਿਰ ਉਹ ਤੋਂ ਬਾਅਦ ਦੇ ਵਿੱਚ ਪਰ ਇਹ ਨਹੀਂ ਦੇਖਿਆ ਜਾਂਦਾ ਕਿ ਜਿਹੜੀ ਸਟੱਡੀ ਦਾ ਜਿਹੜਾ ਮੇਨ ਫੋਕਸ ਹੈ, ਉਹ ਐਕਚੁਅਲੀ ਯੂਜਲੀ ਹੁੰਦਾ ਕਿ ਕਿੰਨੇ % ਜਿਹੜੀ ਸੀਗੀ ਉਹਦੇ ਵਿੱਚੋਂ ਉਹ ਜਿਹੜੀ ਦਵਾਈ ਹੈਗੀ ਆ ਉਹ ਨਿਕਲ ਕੇ ਸਾਡੇ ਬਲੱਡ ਸਟਰੀਮ ਦੇ ਵਿੱਚ ਗਈ ਤੇ ਉਹਨੇ ਕਿੱਦਾਂ ਬਾਡੀ ਦੇ ਉੱਤੇ ਅਸਰ ਕੀਤਾ, ਉਹਦੇ ਕੀ ਪੋਜ਼ਿਟਿਵ ਫਾਇਦੇ ਸੀਗੇ, ਕੀ ਉਹਦੇ ਨੈਗੇਟਿਵ ਫਾਇਦੇ ਸੀਗੇ। ਇਹ ਚੀਜ਼ਾਂ ਦੇਖੀਆਂ ਜਾਂਦੀਆਂ। ਬਟ ਅਨਫੋਰਚੂਨੇਟਲੀ ਇਹ ਨਹੀਂ ਦੇਖਿਆ ਜਾਂਦਾ ਕਿ ਜਿਹੜੇ ਪੁਰਜੇ ਨੇ ਸਾਡੀ ਬਾਡੀ ਨੇ, ਉਹ ਜਿਹੜਾ ਇੰਨਾ ਜ਼ਿਆਦਾ ਇੱਕ ਉਹਨੂੰ ਫੜ ਕੇ ਰੱਖਿਆ, ਉਹਨੂੰ ਇੱਕ ਜ਼ਹਿਰ ਨੂੰ ਆਪਣੇ ਵਿੱਚ ਦਬੋਚ ਕੇ ਰੱਖਿਆ, ਉਹਦਾ ਕੀ ਬਣਿਆ, ਉਹ ਕਿੱਥੇ ਗਿਆ। ਉਹ ਚੀਜ਼ ਜਿਹੜੀ ਹੈਗੀ ਆ ਉਹ ਅੱਗੇ ਜਾ ਕੇ ਓਵਰ ਦਾ ਈਅਰਸ ਜਿਹੜੀ ਹੈਗੀ ਉਹ ਸਾਨੂੰ ਖਰਾਬ ਕਰਦੀ ਹੈਗੀ ਆ। ਉਹ ਸਾਡੇ ਲਿਵਰ ਦੇ ਫੰਕਸ਼ਨਸ ਨੂੰ ਖਰਾਬ, ਕਿਉਂਕਿ ਉਹ ਲਿਵਰ ਨੇ ਐਕਚੁਅਲੀ ਸਾਰਾ ਕੁਝ ਅਬਜ਼ੌਰਬ ਕਰਨਾ ਹੁੰਦਾ, ਆਪਣੇ ਵਿੱਚ ਰੱਖਣਾ ਹੁੰਦਾ, ਤਾਂ ਕਿ ਇਹ ਨਿਕਲ ਨਾ ਸਕੇ। ਇਸੇ ਕਰਕੇ ਤੁਸੀਂ ਦੇਖੋ ਨਾ ਕਿ ਜਿਹੜੀ ਕੋਈ ਵੀ ਤੁਸੀਂ ਪੇਨ ਕਿਲਰ ਗੋਲੀ ਖਾਓਗੇ, ਉਹਦਾ 24 ਘੰਟੇ ਬਾਅਦ ਜਾਂ 48 ਘੰਟੇ ਬਾਅਦ ਜਾਂ 36 ਘੰਟੇ ਬਾਅਦ ਉਹਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ। ਉਹ ਅਸਰ ਇਸੇ ਕਰਕੇ ਘਟਦਾ ਕਿਉਂਕਿ ਉਹ ਸਾਡੀ ਬਾਡੀ ਜਿਹੜੀ ਹੈਗੀ ਆ ਉਸ ਨੂੰ ਰੈਕੋਗਨਾਈਜ਼ ਨਹੀਂ ਕਰਦੀ, ਤੇ ਸਾਡਾ ਜਿਹੜਾ ਸਰਕੂਲੇਟਰੀ ਸਿਸਟਮ ਹੈ, ਸਾਡਾ ਜਿਹੜਾ ਯੂਰੀਨਰੀ ਸਿਸਟਮ ਹੈ, ਉਹ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਰਹਿੰਦਾ ਲਗਾਤਾਰ। ਤੋ ਇਸ ਕਰਕੇ ਉਹ ਥੋੜੇ ਚਿਰ ਬਾਅਦ ਜਿਹੜੀ ਬਾਡੀ ਕਾਮਯਾਬ ਹੋ ਜਾਂਦੀ, ਬਾਡੀ ਦੀ ਜਿੱਤ ਹੋ ਜਾਂਦੀ ਹੈ, ਤੇ ਉਹ ਜਿਹੜੀ ਡਰੱਗ ਹੈਗੀ ਆ ਉਹ ਸਾਡੇ ਸਿਸਟਮ ਦੇ ਵਿੱਚੋਂ ਨਿਕਲ ਜਾਂਦੀ ਹੈ। ਜਦੋਂ ਨਿਕਲ ਜਾਂਦੀ ਹੈ, ਅਨਫੋਰਚੂਨੇਟਲੀ ਉਹ ਪੇਨਸ ਵੀ ਜਿਹੜੀਆਂ ਸਾਡੀਆਂ ਵਾਪਸ ਆ ਜਾਂਦੀਆਂ, ਪਰ ਬਾਡੀ ਐਟਲੀਸਟ ਜਿਹੜੇ ਹੈਗੀ ਆ ਉਹ ਇੱਕ ਹਾਨੀਕਾਰਕ ਪਦਾਰਥ ਨੂੰ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ। ਸੋ ਇਸ ਕਰਕੇ ਫਿਰ ਉਹ ਦੁਬਾਰਾ ਤੋਂ ਫਿਰ ਜਿਹੜੀ ਹੈ ਤੁਹਾਨੂੰ ਉਹ ਟਾਈਲਾਨੋਲ ਜਾਂ ਜਿਹੜੀ ਤੁਸੀਂ ਕੋਈ ਵੀ ਪੇਨ ਕਿਲਰ ਖਾ ਰਹੇ ਹੋ, ਦੁਬਾਰਾ ਤੋਂ ਤੁਹਾਨੂੰ ਫਿਰ ਹਰ 4-4 ਘੰਟੇ ਬਾਅਦ ਕਹਿੰਦੇ ਆ ਨਾ ਕਿ 4-4 ਘੰਟੇ ਬਾਅਦ ਲੈਣੀ ਪੈਂਦੀ। ਸੋ ਇਸੇ ਕਰਕੇ ਸੋ ਦੈਟ ਕਿ ਉਹਦਾ ਅਸਰ ਬਾਡੀ ਦੇ ਵਿੱਚ ਰਵੇ। ਵੇਅਰ ਐਜ਼ ਜਦੋਂ ਤੁਸੀਂ ਦੇਸੀ ਕੋਈ ਵੀ ਦਵਾਈ ਲੈਂਦੇ ਹੈਗੇ, ਕੋਈ ਵੀ ਜੜੀਆਂ ਬੂਟੀਆਂ ਦੀ ਲੈਂਦੇ ਹੈਗੇ, ਕਿਉਂਕਿ ਉਹ ਬਾਡੀ ਜਿਹੜੀ ਹੈ ਉਹ ਨੈਚੁਰਲ ਚੀਜ਼ ਹੈ, ਉਹ ਬਾਡੀ ਸਾਡੀ ਉਹਨੂੰ ਰੈਕੋਗਨਾਈਜ਼ ਕਰਦੀ ਹੈ। ਬਾਡੀ ਦਾ ਜਿਹੜਾ ਇੱਕ ਉਹ ਡਿਫੈਂਸਿਵ ਮੈਕੈਨਿਜ਼ਮ ਹੈ ਕਿ ਇਹਨੂੰ ਅਸੀਂ ਰੋਕਣਾ ਹੈ, ਇਹਨੂੰ ਅਸੀਂ ਬੰਦ ਕਰਨਾ ਹੈ, ਉਹ ਸ਼ੁਰੂ ਹੀ ਨਹੀਂ ਹੁੰਦਾ, ਉਹ ਇਨੀਸ਼ੀਏਟ ਹੀ ਨਹੀਂ ਹੁੰਦਾ। ਉਹ ਬਾਡੀ ਜਿਹੜੀ ਹੈਗੀ ਆ ਉਹਨੂੰ ਇੰਬਰੇਸ ਕਰਦੀ ਹੈਗੀ ਆ ਕਿ ਵੀ ਆਓ, ਜਿੱਦਾਂ ਆਪ ਕਹਿ ਲਓ ਕਿ ਵੀ ਆਪਾਂ ਰਿਸ਼ਤੇਦਾਰ ਮਿਲਦੇ ਆ ਨਾ ਆਪਸ ਦੇ ਵਿੱਚ, ਦੂਰ ਜਦੋਂ ਕੋਈ ਆਇਆ ਹੁੰਦਾ, ਤੇ ਉਹ ਇਸ ਤਰੀਕੇ ਦੇ ਨਾਲ ਬਾਡੀ ਜਿਹੜੀ ਆ ਉਹਨੂੰ ਸਗੋਂ ਜੱਫੀਆਂ ਪਾ ਕੇ ਮਿਲਦੀ ਹੈ ਕਿ ਆਓ ਜੀ, ਸ਼ੁਕਰ ਹੈ ਜੀ ਤੁਸੀਂ ਆਏ ਤੇ ਤੁਸੀਂ ਕੁਛ ਨਾ ਕੁਛ ਚੰਗਾ ਕਰੋਗੇ। ਸੋ ਉਹਦੇ ਨਾਲ ਜਿਹੜਾ ਸਾਡਾ ਮੈਟਰ ਆਫ ਫੈਕਟ ਇਮਿਊਨ ਸਿਸਟਮ ਜਿਹੜਾ ਹੈਗਾ ਆ ਉਹਨੂੰ ਖਤਮ ਨਹੀਂ ਕਰਨ ਦੀ ਕੋਸ਼ਿਸ਼ ਕਰਦਾ, ਉਹ ਨਾਰਮਲ ਹੀ ਰਹਿੰਦਾ ਹੈਗਾ। ਮੈਟਰ ਆਫ ਫੈਕਟ ਜੋ ਵੀ ਤੁਸੀਂ ਦਵਾਈ ਲੈ ਰਹੇ ਹੋ, ਉਹਨੇ ਸਗੋਂ ਸਾਡਾ ਇਮਿਊਨ ਸਿਸਟਮ ਨੂੰ ਹੋਰ ਬੂਸਟ ਕਰਨਾ, ਕਿਉਂਕਿ ਓਵਰਆਲ ਬਾਡੀ ਨੂੰ ਤਾਕਤ ਮਿਲਦੀ ਹੈ। ਜਦੋਂ ਜਿੱਦਾਂ ਤੁਸੀਂ ਗੈਸ ਦੀ ਗੱਲ ਵੀ ਆਉਣ ਦਾ ਚਾਹ ਜਾਂ ਚੜ ਜਾਂਦਾ, ਚਾਹ ਵਿੱਚ ਬੰਦੇ ਦੀ ਕਈ ਬਿਮਾਰੀਆਂ ਦੂਰ ਹੋ ਜਾਂਦੀ ਜੀ। ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਬਾਡੀ ਜਿਹੜੀ ਆ ਇਹ ਹਰਬਸ ਜਿਹੜੀਆਂ ਜੜੀਆਂ ਬੂਟੀਆਂ ਜਿਹੜੀਆਂ ਐਕਸਟ੍ਰੈਕਟ ਜਿਹੜੇ ਹੈਗੇ ਆ, ਚਾਹੇ ਉਹ ਟਿੰਕਚਰ ਹੈ, ਚਾਹੇ ਉਹ ਲਿਕੁਇਡ ਦੇ ਵਿੱਚ ਹੈ, ਚਾਹੇ ਉਹ ਜੂਸਿਸ ਹੈ, ਕਿ ਬਿਕਾਜ਼ ਉਹ ਨੈਚੁਰਲ ਹੈ, ਸਾਡੀ ਬਾਡੀ ਉਹਦੇ ਉੱਤੇ ਉਹ ਜਿਹੜਾ ਇਮਿਊਨ ਸਿਸਟਮ ਹੈ ਉਸ ਦੇ ਉੱਤੇ ਡਿਫੈਂਸਿਵ ਮੋਡ ਦੇ ਵਿੱਚ ਨਹੀਂ ਜਾਂਦੀ। ਜਿੱਥੇ ਕਿ ਜੇ ਤੁਸੀਂ ਕੋਈ ਵੀ ਓਵਰ ਦਾ ਕਾਊਂਟਰ ਜਾਂ ਪ੍ਰਿਸਕ੍ਰਿਪਸ਼ਨ ਡਰੱਗ ਖਾਂਦੇ, ਉਹਦੇ ਵਿੱਚ 100% ਉਹਨੇ ਡਿਫੈਂਸਿਵ ਮੋਡ ਤੇ ਜਾਣਾ ਹੀ ਜਾਣਾ।
ਕਿਉਂਕਿ ਇਹ ਸਾਰੀਆਂ ਨਵੀਆਂ ਚੀਜ਼ਾਂ ਅਜੇ 100 ਕੁ ਸਾਲ ਵੀ ਨਹੀਂ ਹੋਇਆ ਹੈਗਾ ਇਹ ਚੀਜ਼ਾਂ ਨੂੰ ਮਤਲਬ ਬਣੀਆਂ ਨੂੰ ਲੈਬ ਦੇ ਵਿੱਚ ਅਸੀਂ ਜਿਹੜੀਆਂ ਬਣਾ ਰਹੇ ਹਾਂ। ਇਹਨਾਂ ਨੂੰ ਬਾਡੀ ਨੂੰ ਰੈਕੋਗਨਾਈਜ਼ ਕਰਨ ਦੇ ਵਿੱਚ ਮਿਲੀਅਨਸ ਆਫ ਕਈ ਸਾਲ ਮਤਲਬ ਜਿਹੜੇ ਲੱਗ ਜਾਂਦੇ, ਜਿੰਨੇ ਸਾਲ ਸਾਨੂੰ ਹੁਣ ਲੱਗੇ ਹੋਏ ਆ ਜੜੀਆਂ ਬੂਟੀਆਂ ਨੂੰ ਰੈਕੋਗਨਾਈਜ਼ ਕਰਨ ਦੇ ਵਿੱਚ, ਇੰਨਾ ਹੀ ਟਾਈਮ ਜਿਹੜਾ ਹੈਗਾ ਹੋਰ ਚੀਜ਼ਾਂ ਨੂੰ ਵੀ ਲੱਗਣਾ। ਨੋਬਡੀ ਨੋਜ਼ ਕਿ ਕਿੰਨਾ ਟਾਈਮ ਲੱਗਦਾ ਬਾਡੀ ਨੂੰ ਯੂਜ਼ ਟੂ ਹੋਣ ਨੂੰ, ਪਰ ਬਹੁਤ ਲੰਬਾ ਸਮਾਂ ਲੱਗਦਾ ਹੁੰਦਾ। ਇਸੇ ਕਰਕੇ ਜਿਹੜੀਆਂ ਆ ਜਦੋਂ ਤੁਸੀਂ ਨੈਚੁਰਲ ਚੀਜ਼ਾਂ ਜਾਂ ਜੜੀਆਂ ਬੂਟੀਆਂ ਲਵੋਗੇ, ਉਹ ਬਾਡੀ ਨੂੰ ਪਤਾ ਆਲਰੇਡੀ ਕਿ ਉਹ ਨੈਚੁਰਲ ਹੈ, ਉਹ ਬਾਡੀ ਦੇ ਵਿੱਚ ਧੜਥੱਲੀ ਨਹੀਂ ਮਚਾਉਂਦੀਆਂ। ਬਾਡੀ ਨੇ ਉਹਨੂੰ ਡਿਫੈਂਸਿਵ ਮੋਡ ਦੇ ਵਿੱਚ ਆਣ ਕੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ। ਨਾ ਹੀ ਜਿਹੜਾ ਹੈ ਉਹਨਾਂ ਨੇ ਕੋਈ ਵੀ ਬਾਡੀ ਨੂੰ ਜੜੀਆਂ ਬੂਟੀਆਂ ਨੇ ਬਾਡੀ ਨੂੰ ਕੋਈ ਨੁਕਸਾਨ ਪਹੁੰਚਾਉਣਾ ਹੈਗਾ ਹੈ। ਉਹਨੇ ਨੈਚੁਰਲੀ ਤੌਰ ਦੇ ਉੱਤੇ ਬਾਡੀ ਨੂੰ ਡੀਟੌਕਸੀਫਾਈ ਕਰਨਾ ਹੁੰਦਾ ਮੈਟਰ ਆਫ ਫੈਕਟ, ਤਾਂ ਕਿ ਜਿਹੜੇ ਹਾਨੀਕਾਰਕ ਜਿਹੜੀਆਂ ਚੀਜ਼ਾਂ ਬਾਡੀ ਦੇ ਅੰਦਰ ਫਸੀਆਂ ਹੋਈਆਂ ਉਹਨਾਂ ਨੂੰ ਨੈਚੁਰਲੀ ਤਰੀਕੇ ਦੇ ਨਾਲ ਹੌਲੀ ਹੌਲੀ ਬਾਹਰ ਕੱਢਿਆ ਜਾ ਸਕੇ ਤੇ ਬਾਡੀ ਨੂੰ ਨੈਚੁਰਲ ਸਟੇਟ ਦੇ ਵਿੱਚ ਜਿਹੜਾ ਦੁਬਾਰਾ ਤੋਂ ਫਿਰ ਲੈ ਕੇ ਆਇਆ ਜਾ ਸਕੇ। ਸੋ ਇਸ ਤਰੀਕੇ ਦੇ ਨਾਲ ਦੈਟਸ ਦਾ ਰੀਜ਼ਨ ਕਿ ਜਿਹੜੀਆਂ ਜੜੀਆਂ ਬੂਟੀਆਂ ਆ ਉਹ ਸਾਡੀ ਬਾਡੀ ਦੇ ਵਿੱਚ ਨੈਚੁਰਲੀ ਤੌਰ ਦੇ ਉੱਤੇ ਵਰਕ ਕਰਦੀਆਂ ਔਰ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। 905 874 3333 ਗੱਲਬਾਤ ਕਰਦੇ ਹਾਂ ਕਿ ਇਹ ਕਹਿੰਦੇ ਵੀ ਗਰਮੀ ਆ ਜਾਂ ਫਿਰ ਵੈਸੇ ਸਰੀਰ ਦੇ ਵਿੱਚ ਕਮਜ਼ੋਰੀ ਆ, ਸਰੀਰ ਦੇ ਵਿੱਚ ਸਿਰ ਤੋਂ ਲੈ ਕੇ ਪਿੰਡੇ ਦੇ ਆਲੇ ਦੁਆਲੇ ਵੀ ਛੋਟੇ ਛੋਟੇ ਮੋਕਿਆਂ ਟੈਪ ਜਾਣੀ ਕਿ ਨਿਕਲ ਆਉਂਦੇ ਨੇ ਦਾਣੇ ਦਾਣੇ। ਇਹ ਦਾਣੇ ਕਈ ਵਾਰ ਜਦੋਂ ਕਹਿੰਦੇ ਇਹਨੂੰ ਛਿੱਲ ਕੇ ਦੇਖੀ ਤਾਂ ਵਿੱਚੋਂ ਜਿੱਦਾਂ ਪੱਥਰ ਜਿਹਾ ਸਟੋਨ ਜਿਹਾ ਹੁੰਦਾ ਸਿਰ ਵਿੱਚ ਵੀ ਤੇ ਪਿੰਡੇ ਵਿੱਚ ਵੀ। ਇਹ ਕੀ ਚੀਜ਼ ਹੈ, ਵਜ੍ਹਾ ਕੀ ਹੈ, ਕਾਰਨ ਕੀ ਹੈ? ਹਾਂ ਦੇਖੋ, ਜੇ ਮੇਲ ਨੇ 50 ਸਾਲ ਦੇ ਹਾਂ ਜੇ ਉਹ ਕਹਿ ਰਹੇ ਹੈਗੇ ਆ ਕਿ ਜਦੋਂ ਛਿੱਲਦੇ ਆ ਤੇ ਉਹ ਅੰਦਰੋਂ ਜਿਹੜਾ ਆ ਕੁਝ ਨਿਕਲਦਾ ਆ, ਤੇ ਉਹਦਾ ਮਤਲਬ ਵੀ ਇਹ ਹੈਗਾ ਆ ਕਿ ਇਹ ਫਿੰਸੀਆਂ ਹੀ ਆ। ਅੰਦਰ ਇਨਫਲਾਮੇਸ਼ਨ ਹੁੰਦੀ ਹੈਗੀ ਆ ਬਾਡੀ ਦੇ, ਜਿਹਦੇ ਕਰਕੇ ਇਹ ਗਰਮੀ ਦੇ ਕਰਕੇ ਹੁੰਦਾ। ਜਦੋਂ ਤੁਸੀਂ ਪੁੱਛਿਆ ਕਿ ਕੀ ਗਰਮੀ ਹੈ, ਹਾਂਜੀ ਬਿਲਕੁਲ 100% ਇਹ ਗਰਮੀ ਹੈ ਲਿਵਰ ਦੀ। ਉਹਦੀ ਵਜ੍ਹਾ ਦੇ ਕਰਕੇ ਜਿਹੜਾ ਲਿਵਰ ਦਾ ਡਿਟੌਕਸੀਫਿਕੇਸ਼ਨ ਫੰਕਸ਼ਨ ਹੈਗਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ। ਘਟਣ ਦੇ ਨਾਲ ਫਿਰ ਜਿਹੜੀ ਬਾਡੀ ਹੈਗੀ ਆ, ਕਿਉਂਕਿ ਹੁਣ ਉਹ ਸਾਰੇ ਟੌਕਸਿਨਸ ਅੰਦਰ ਹੀ ਰਹਿ ਜਾਂਦੇ ਆ ਤੇ ਉਹ ਬਾਡੀ ਫੋਰਸ ਹੁੰਦੀ ਹੈਗੀ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਥਰੂ ਦ ਸਕਿਨ। ਇਸ ਕਰਕੇ ਉਹ ਫਿਰ ਸਕਿਨ ਦੇ ਉੱਤੇ ਫਿਰ ਉਹ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਹੁੰਦੀਆਂ। ਜਿਵੇਂ ਇਹਨਾਂ ਨੂੰ ਇਹ ਆ, ਕਈਆਂ ਨੂੰ ਐਗਜ਼ੀਮਾ ਆ, ਕਿਸੇ ਨੂੰ ਸਰਾਈਸਿਸ ਆ, ਕਿਉਂਕਿ ਇਹ ਜਿਹੜੀਆਂ ਐਗਜ਼ੀਮਾ ਸਰਾਈਸਿਸ ਜਾਂ ਸਕਿਨ ਨਾਲ ਕੋਈ ਵੀ ਰਿਲੇਟਡ ਜਿਹੜੀ ਪ੍ਰੋਬਲਮ ਹੁੰਦੀ ਆ, ਆਯੁਰਵੈਦ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਰੂਟ ਕਾਜ਼ ਆ ਉਹ ਸਾਰਿਆਂ ਦਾ ਸੇਮ ਹੀ ਮੰਨਿਆ ਜਾਂਦਾ। ਸੋ ਜੇ ਸੇਮ ਹੈ ਤੇ ਉਹਨਾਂ ਸਾਰਿਆਂ ਦਾ ਇਲਾਜ ਵੀ ਸੇਮ ਹੀ ਹੁੰਦਾ। ਸੋ ਉਹ ਕੋਈ ਸੈਪਰੇਟ ਨਹੀਂ ਮਤਲਬ ਹੁੰਦਾ, ਬਟ ਡੈਫੀਨੇਟਲੀ ਇਸ ਕੇਸ ਦੇ ਵਿੱਚ ਵੀ ਇਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈਗਾ ਆ। ਜਿਵੇਂ ਮੈਂ ਗੱਲ ਕੀਤੀ ਕਿ ਪਹਿਲਾਂ ਵੀ ਗੱਲ ਕੀਤੀ ਸੀ ਪੁਨਰਵਾ ਦੀ, ਜਿਹੜੀ ਪੁਨਰਵਾ ਆ ਇੱਟ ਸਿੱਟ ਬੂਟੀ ਜਿਹਨੂੰ ਕਿਹਾ ਜਾਂਦਾ, ਇਹ ਜਿਹੜੀ ਹੈਗੀ ਆ ਇਹ ਸਾਡੇ ਲਿਵਰ ਦੇ ਵਾਸਤੇ ਬਹੁਤ ਵਧੀਆ ਵਰਕ ਕਰਦੀ ਹੈਗੀ ਆ ਡਿਟੌਕਸੀਫਿਕੇਸ਼ਨ ਦੇ ਵਾਸਤੇ। ਨਾਲ ਜੇ ਇਹਨਾਂ ਨੂੰ ਸਕਿਨ ਦੀ ਪ੍ਰੋਬਲਮ ਆ ਰਹੀ ਹੈ ਤੇ ਗਲੋਏ ਜਿਹੜੀ ਆ ਉਹ ਇਸਤੇਮਾਲ ਕਰਨੀ ਚਾਹੀਦੀ ਹੈ ਇਹਨਾਂ ਨੂੰ। ਸੋ ਗਲੋਏ ਘਨਵੱਟੀ ਉਹਦਾ ਨਾਮ ਹੈਗਾ ਆ, ਤੇ ਜਿਹੜੀ ਪੁਨਰਵਾ ਹੈਗੀ ਆ ਉਹਦਾ ਦਵਾਈ ਦਾ ਨਾਮ ਹੈ ਸੋਜਹਾਰ ਵੱਟੀ। ਸੋ ਸੋਜਹਾਰ ਤੇ ਗਲੋਏ ਇਹਨਾਂ ਨੂੰ ਲਗਾਤਾਰ ਜਿਹੜੀ ਆ ਤੁਸੀਂ 3-4 ਮਹੀਨੇ ਜਿਹੜੀ ਉਹਨਾਂ ਨੂੰ ਲੈਣੀ ਹੁੰਦੀ ਹੈ। ਜੇ ਉਹਦੇ ਅਸਰ ਨੂੰ ਹੋਰ ਸਟਰੋਂਗ ਕਰਨਾ ਤੇ ਤੁਸੀਂ ਜਿਗਰ ਸਫਾ, ਇੱਕ ਸਾਡੀ ਲਿਕੁਇਡ ਦਵਾਈ ਆਉਂਦੀ ਹੈ, ਉਹ ਵੀ ਨਾਲ ਐਡ ਕੀਤੀ ਜਾ ਸਕਦੀ ਹੈ। ਤੇ ਉਹ ਕੰਬੀਨੇਸ਼ਨ ਦੇ ਵਿੱਚ ਜਿਹੜੀ ਉਹ ਤੁਸੀਂ ਜਦੋਂ ਲਵੋਗੇ ਤੇ ਉਹ 2-3 ਮਹੀਨੇ ਦੇ ਵਿੱਚ ਜਿਹੜੀ ਆ ਉਹ ਤੁਹਾਡੀ ਜਿਹੜੀ ਗਰਮੀ ਹੈ ਲਿਵਰ ਦੀ ਉਹ ਨਿਕਲ ਜਾਣੀ ਹੈ। ਸੇਮ ਟਾਈਮ ਦੇ ਉੱਤੇ ਜਿਹੜੀ ਆ ਤੁਹਾਡਾ ਬਲੱਡ ਜਿਹੜਾ ਪਿਊਰੀਫਾਈ ਹੋ ਜਾਣਾ ਹੈ ਤੇ ਉਹਦੇ ਨਾਲ ਸਕਿਨ ਦੀਆਂ ਜਿਹੜੀਆਂ ਉਹ ਫਿੰਸੀਆਂ ਨਿਕਲ ਰਹੀਆਂ ਉਹ ਠੀਕ ਹੋ ਜਾਣੀਆਂ। ਇਹ ਜਿਹੜੀਆਂ ਜਿਹੜੇ ਮੈਂ ਪ੍ਰੋਡਕਟਸ ਦੱਸੇ ਹੈਗੇ ਆ, ਇਹ ਤੁਸੀਂ ਕਿਤੇ ਵੀ ਜੇ ਬੈਠੇ ਹੈਗੇ ਹੋ ਤੁਸੀਂ ਇਹਨਾਂ ਨੂੰ ਆਨਲਾਈਨ ਆਰਡਰ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈ www.vaidrubalonline.com। ਸੋ VAIDRUBAL online ONLINE.com। ਸੋ ਵੈਦ ਰੂਬਲ ਆਨਲਾਈਨ ਦੇ ਉੱਤੇ ਜਾ ਕੇ ਤੁਸੀਂ ਆਪਣੇ ਪ੍ਰੋਡਕਟ ਜਿਹੜੇ ਹੈਗੇ ਆ ਤੁਸੀਂ ਘਰੇ ਬੈਠੇ ਜਿਹੜੇ ਉਹਨਾਂ ਨੂੰ ਲੈ ਸਕਦੇ ਹੋ। ਤੁਹਾਡੀ ਸ਼ਿਪਿੰਗ ਜਿਹੜੀ ਹੋ ਸਕਦੀ ਜੇ ਤੁਸੀਂ GTA ਦੇ ਤੋਂ ਬਾਹਰ ਰਹਿ ਰਹੇ। 905 874 3333 905 874 3333 ਤੇ ਕਾਲ ਕਰਕੇ ਹੋਰ ਵੀ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਸੁਣ ਰਹੇ ਰੇਡੀਓ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਤੇ ਦਿਲ ਆਪਣਾ ਪੰਜਾਬੀ ਵਿੱਚ ਅੱਖਾਂ ਦੇ ਵਿੱਚ ਜਾਣੀ ਕਿ ਕਹਿ ਲਓ ਵੀ ਜਾਲਾ ਜਿਹਾ ਕਹਿੰਦੇ ਬਹੁਤ ਜ਼ਿਆਦਾ ਪੈਂਦਾ। ਜਾਲਾ ਤੇ ਕਈ ਵਾਰ ਲਾਲਗੀ ਬਹੁਤ ਜ਼ਿਆਦਾ ਹੋ ਜੇ, ਜਾਲਾ ਪੈਂਦਾ, ਜਾਲਾ ਨਿਕਲਦਾ ਜੀ ਅੱਖਾਂ ਦੇ ਵਿੱਚੋਂ ਕਹਿੰਦੇ, ਤੇ ਲਾਲਗੀ ਬਹੁਤ ਰਹਿੰਦੀ ਹੈ ਜੀ। ਹਾਂ ਦੇਖੋ, ਉਮਰ 35 ਸਾਲ ਦੀ ਦੱਸੀ। ਬਿਲਕੁਲ ਮੈਂ ਬੜੀ ਵਾਰੀ ਗੱਲ ਕੀਤੀ ਕਿ ਸਭ ਤੋਂ ਹਾਈਲੀ ਡਿਵੈਲਪਡ ਅੰਗ ਹੈ ਸਾਡਾ ਅੱਖਾਂ।
ਇਸ ਤੋਂ ਇਲਾਵਾ ਹਾਈਲੀ ਡਿਵੈਲਪ ਅਜੇ ਤੱਕ ਨਹੀਂ ਹੈਗਾ ਕੋਈ, ਕਿਉਂਕਿ ਉਹਦੇ ਰਸਤੇ ਅਸੀਂ ਦੇਖ ਰਹੇ ਹੈਗੇ ਆ ਸੰਸਾਰ ਨੂੰ। ਤੇ ਜਦੋਂ ਉਹਦੀ ਸਾਂਭ ਸੰਭਾਲ ਦੀ ਗੱਲ ਆਉਂਦੀ ਆ ਤੇ ਉਹ ਸਭ ਤੋਂ ਮਤਲਬ ਅਸੀਂ ਲਾਸਟ ਦੇ ਵਿੱਚ ਉਹਨੂੰ ਦੇਖਦੇ ਹਾਂ, ਕਹਿੰਦੇ ਸਿਰਫ ਠੰਡੇ ਪਾਣੀ ਦੇ ਛਿੱਟੇ ਹੀ ਮਾਰਨੇ ਹੈਗੇ ਆ ਜੀ, ਹੋਰ ਕੁਝ ਨਹੀਂ ਕਰਨ ਦੀ ਲੋੜ। ਵੀ ਜੇ ਠੰਡੇ ਪਾਣੀ ਦੇ ਨਾਲ ਹੀ ਸਾਰਾ ਕੁਝ ਠੀਕ ਹੋ ਜਾਂਦਾ ਆ ਮਤਲਬ, ਤੇ ਫਿਰ ਅਸੀਂ ਸਾਬਣ ਕਦ ਲਈ ਬਾਕੀ ਬੋਡੀ ਤੇ ਲਾ ਰਹੇ ਆ, ਸਿਰ ਤੇ ਸ਼ੈਂਪੂ ਕਦ ਲਈ ਲਾ ਰਹੇ ਆ, ਫਿਰ ਉਹ ਇਕੱਲੇ ਠੰਡੇ ਪਾਣੀ ਦੇ ਨਾਲ ਹੀ ਫਿਰ ਆਪਾਂ ਨਹਾ ਕੇ ਆ ਜਾਂਦੇ ਆ ਵੀ ਸਾਰਾ ਕੁਝ ਠੀਕ ਹੈ। ਸੋ ਇਦਾਂ ਨਹੀਂ ਹੈਗਾ। ਜਿੰਨੀਆਂ ਸਪੈਸ਼ਲੀ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਉਹ ਆਈ ਥਿੰਕ ਅਸੀਂ ਉਹ ਪਹਿਲਾਂ ਜ਼ਮਾਨੇ ਦੀ ਗੱਲ ਹੈ ਜਦੋਂ ਧੂੜ ਘੱਟਾ ਨਹੀਂ ਸੀ, ਪੋਲੂਸ਼ਨ ਨਹੀਂ ਸੀਗਾ, ਹੈ ਨਾ, ਗੱਡੀਆਂ ਨਹੀਂ ਸੀਗੀਆਂ, ਸਿਰਫ ਬੈਲ ਗੱਡੀਆਂ ਸੀਗੀਆਂ ਜਾਂ ਲੋਕੀ ਤੁਰ ਕੇ ਆਉਂਦੇ ਜਾਂਦੇ ਸੀਗੇ, ਉਸ ਟਾਈਮ ਦੇ ਉੱਤੇ ਉਹ ਹਾਲਾਤ ਡਿਫਰੈਂਟ ਸੀ। ਅੱਜ ਦੇ ਜ਼ਮਾਨੇ ਦੇ ਵਿੱਚ ਠੰਡੇ ਪਾਣੀ ਦੇ ਨਾਲ ਇਕੱਲੇ ਛਿੱਟੇ ਮਾਰਨ ਦੇ ਨਾਲ ਤੁਹਾਡੀਆਂ ਅੱਖਾਂ ਨਹੀਂ ਸਾਫ਼ ਹੋਣੀਆਂ। ਉਹਦੀ ਵਜ੍ਹਾ ਦੇ ਕਰਕੇ ਇਹੋ ਜਿਹੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ ਕਿ ਤੁਹਾਨੂੰ ਅੱਖਾਂ 'ਚੋਂ ਜਾਲੇ ਦਿਖ ਰਹੇ ਹੈਗੇ ਆ, ਜਾਂ ਲੈਂਸ ਧੁੰਦਲਾ ਹੋ ਰਿਹਾ ਹੈਗਾ ਆ, ਕਿਸੇ ਦੀਆਂ ਅੱਖਾਂ ਚੌਪੀ ਆਈਜ਼ ਹੁੰਦੀਆਂ ਆ, ਡਰਾਈ ਹੋ ਜਾਂਦੀਆਂ, ਕਈਆਂ ਦੀਆਂ ਲਾਲ ਹੋ ਰਹੀਆਂ, ਕਈਆਂ ਦੇ ਪਾਣੀ ਨਿਕਲ ਰਿਹਾ ਹੈ, ਕਈਆਂ ਦੀ ਈਵਨ ਕਿ ਨਿਗਾਹ ਵੀ ਕਮਜ਼ੋਰ ਹੋ ਰਹੀ ਹੈਗੀ ਆ। ਉਹ ਇਸੇ ਕਰਕੇ ਪਿਛਲੇ ਵੀਕ ਅਸੀਂ ਸੁਰਮੇ ਦੀ ਗੱਲ ਵੀ ਕੀਤੀ ਸੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਅਸੀਂ ਬੋਡੀ ਦੇ ਅੰਦਰ ਆ ਤਾਂ ਰਹੀਆਂ ਅੱਖਾਂ ਦੇ ਵਿੱਚ, ਪਰ ਅਸੀਂ ਉਹਨਾਂ ਨੂੰ ਬਾਹਰ ਨਹੀਂ ਕੱਢ ਪਾ ਰਹੇ। ਉਹਦੇ ਕਰਕੇ ਜਿਹੜੀਆਂ ਉਹ ਇਹੋ ਜਿਹੀਆਂ ਮੈਕੂਲਰ ਡੀਜਨਰੇਸ਼ਨਸ ਵਗੈਰਾ ਦੀਆਂ ਪ੍ਰੋਬਲਮਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਸੋ ਆਯੁਰਵੈਦਿਕ ਥੈਰੇਪੀ ਜਿਹੜੀ ਹੈ, ਜਿਹਨੂੰ ਕਿ ਨੇਤਰ ਬਸਤੀ ਕਿਹਾ ਜਾਂਦਾ, ਨੇਤਰ ਬਸਤੀ ਦੇ ਵਿੱਚ ਜਿਹੜਾ ਆ ਉਹ ਦੇਸੀ ਘਿਓ ਦੇ ਵਿੱਚ ਜੜੀਆਂ ਬੂਟੀਆਂ ਜਿਹੜੀਆਂ ਉਹਨਾਂ ਨੂੰ ਪਾ ਕੇ ਤੇ ਉਹ ਅੱਖਾਂ ਦੇ ਵਿੱਚ ਜਿਹੜੀ ਉਹ ਪਾਈ ਜਾਂਦੀ। ਬਹੁਤ ਪੁਰਾਣੀ ਇਹੋ ਟ੍ਰੈਡੀਸ਼ਨਲ ਆਯੁਰਵੈਦਿਕ ਥੈਰੇਪੀ ਹੈ ਜਿਹੜੀ ਕਿ ਅੱਖਾਂ ਦੇ ਵਾਸਤੇ ਜਿਹੜੀ ਆ ਉਹ ਇਸਤੇਮਾਲ ਕੀਤੀ ਜਾਂਦੀ ਹੈ ਹਜ਼ਾਰਾਂ ਸਾਲਾਂ ਤੋਂ। ਔਰ ਉਹਦਾ ਮਕਸਦ ਜਿਹੜਾ ਉਹ ਇਹੀ ਹੁੰਦਾ ਆ ਕਿ ਜਿਹੜੀ ਬੋਡੀ ਦੇ ਜਿਹੜੀ ਅੱਖਾਂ ਦੇ ਅੰਦਰ ਪਲਕਾਂ ਦੇ ਪਿਛਲੇ ਬੰਨੇ ਜਿਹੜਾ ਗੰਦ ਮਲ ਜਿਹੜਾ ਹੈਗਾ ਆ, ਜਿਹੜੇ ਟੌਕਸਿਨਸ ਆ, ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ, ਰਿਮੂਵ ਕੀਤਾ ਜਾਵੇ। ਇਹ ਕਰਨ ਦੇ ਨਾਲ ਜਿਹੜਾ ਆ ਉਹ ਅੱਖਾਂ ਦੇ ਜਿਹੜਾ ਲੈਂਸ ਹੈ ਉਹ ਸਾਫ਼ ਹੋ ਜਾਂਦਾ ਆ। ਜਿਹੜੀਆਂ ਪਲਕਾਂ ਦੇ ਪਿਛਲੀ ਸਾਈਡ ਦੇ ਉੱਤੇ ਜਿਹੜੀ ਟੌਕਸਿਨਸ ਦੀ ਲੇਅਰਸ ਬਣੀ ਹੁੰਦੀ ਹੈਗੀ ਆ, ਡੈਡ ਸਕਿਨ ਸੈੱਲ ਹੁੰਦੇ ਹੈਗੇ ਆ, ਉਹ ਸਾਰੇ ਦੇ ਸਾਰੇ ਨਿਕਲ ਜਾਂਦੇ ਆ। ਸੇਮ ਟਾਈਮ ਦੇ ਉੱਤੇ ਕਿਉਂਕਿ ਉਹ ਦੇਸੀ ਘਿਓ ਹੈ, ਉਹ ਜਿਹੜੀਆਂ ਸਾਡੀਆਂ ਆਪਟੀਕਲ ਨਰਵਸ ਨੂੰ ਜਿਹੜਾ ਆ ਪਿੱਛੇ ਤੱਕ, ਕਿਉਂਕਿ ਅੱਖਾਂ ਸਾਡੀਆਂ ਜਿਹੜੀਆਂ, ਜਿਹੜਾ ਸਾਡਾ ਖੋਪੜੀ ਹੈ ਪਿਛਲੇ ਬੰਨੇ ਉੱਥੇ ਜੁੜਦੀਆਂ ਜਾ ਕੇ, ਜਿਹੜੀ ਸਾਡੀ ਵਿਜ਼ੂਅਲ ਕੋਰਟੈਕਸ ਆ ਉਹ ਪਿੱਛੇ ਆ ਬਿਲਕੁਲ ਬ੍ਰੇਨ ਦੇ ਧੌਣ ਦੇ ਪਿਛਲੇ ਉੱਤੇ। ਸੋ ਉਹ ਉੱਥੇ ਤੱਕ ਜਿਹੜੀ ਆ ਇਹ ਜਿਹੜੀ ਜਿਹੜਾ ਦੇਸੀ ਘਿਓ ਹੁੰਦਾ ਉਹ ਅੱਖਾਂ ਦੇ ਵਿੱਚ ਜਦੋਂ ਪਾਉਂਦੇ ਉਹ ਪਿੱਛੇ ਤੱਕ ਮਤਲਬ ਜਿਹੜਾ ਉਹ ਨਰਵਸ ਨੂੰ ਤਰ ਕਰਦਾ। ਸੋ ਉਹਦੇ ਨਾਲ ਕੀ ਹੁੰਦਾ, ਨਰਵਸ ਜਿਹੜੀਆਂ ਜਦੋਂ ਤਰ ਹੁੰਦੀਆਂ ਹੈਗੀਆਂ ਤੇ ਉਹ ਤੁਹਾਡੀ ਅੱਖਾਂ ਦੀ ਰੋਸ਼ਨੀ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਅੱਖਾਂ ਦੇ ਨਾਲ ਕਈ ਜਿਹੜੀਆਂ ਵੀ ਪ੍ਰੋਬਲਮਸ ਹੈਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਈਵਨ ਕਿ ਐਨਕ ਤੱਕ ਜਿਹੜੀ ਉਹ ਉਤਰ ਸਕਦੀ ਹੈ ਜੇ ਤੁਸੀਂ ਨੇਤਰ ਬਸਤੀ ਜਿਹੜੀ ਹੈਗੀ ਇਹਨੂੰ ਰੈਗੂਲਰ ਬੇਸ ਦੇ ਉੱਤੇ ਕਰਵਾਉਂਦੇ ਹੈਗੇ ਹੋ। ਸੋ ਕੋਈ ਨਹੀਂ, ਕੰਟੀਨਿਊ ਤੁਸੀਂ ਰੱਖੋ। ਮੈਂ ਇਹਦਾ ਪਤਾ ਕਰਨਾ ਵੀ ਇਹ ਕਿਹਨੂੰ ਕਰਾਉਣੀ ਚਾਹੀਦੀ ਆ ਤੇ ਸਾਲ ਜਾਂ ਕਿੰਨੇ ਚਿਰ ਬਾਅਦ ਕਰਾਉਣੀ ਚਾਹੀਦੀ ਆ, ਕੋਈ ਵੀ ਕਰਾ ਸਕਦਾ, ਇਹ ਥੋੜੀ ਜਿਹੀ ਨਾਲ ਲੱਗਦੀ ਇਹ ਵੀ ਦੇ ਦਿਓ। ਦੇਖੋ ਇਹਦੇ ਵਿੱਚ ਮੈਂ ਯੂਜੂਲੀ ਕਹਿੰਦਾ ਹੁੰਦਾ ਕਿ ਜੇ ਸਪੈਸ਼ਲੀ ਅਸੀਂ ਟਰਾਈ ਕੀਤਾ ਹੈਗਾ ਬੱਚਿਆਂ ਦੇ ਵਿੱਚ ਇੰਨੀ ਇਹੋ ਠੀਕ ਰਹਿੰਦਾ ਨਹੀਂ ਹੈ। ਉਹਦਾ ਰੀਜ਼ਨ ਇਹ ਹੈਗਾ ਕਿਉਂਕਿ ਬੱਚੇ ਡਰ ਜਾਂਦੇ ਆ, ਕਿਉਂਕਿ ਇੱਕ ਥਾਂ ਦੇ ਉੱਤੇ ਲੰਮੇ ਪੈਣਾ ਤੁਸੀਂ, ਹੈ ਨਾ, ਲੈਟਸ ਸੇ ਕੋਈ 8-10 ਸਾਲ ਦਾ ਕੋਈ ਬੱਚਾ ਹੈਗਾ, ਹੁਣ ਤੁਸੀਂ ਕਹੋਗੇ ਤੁਸੀਂ ਲੰਮੇ ਪੈਣਾ ਡਾਰਕ ਰੂਮ ਦੇ ਵਿੱਚ, ਉਹ ਬੱਚੇ ਦੇ ਵਾਸਤੇ ਉਹ ਵੈਸੇ ਹੀ ਬੜੀ ਇੱਕ ਡਰਨ ਵਾਲੀ ਚੀਜ਼ ਹੋ ਜਾਂਦੀ ਹੈ। ਔਰ ਸਿਰਫ ਉਹ ਕੇਸ ਦੇ ਵਿੱਚ ਬਿਕਾਜ਼ ਆਫ ਏਜ, ਬਿਕਾਜ਼ ਆਫ ਉਹਨਾਂ ਨੂੰ ਐਕਸਪੀਰੀਅੰਸ ਘੱਟ ਹੁੰਦਾ, ਬੱਚਿਆਂ ਨੂੰ ਡਰ ਜਾਂਦੇ ਆ ਵਿਚਾਰੇ, ਇਸ ਕਰਕੇ ਇਹ ਥੈਰੇਪੀ ਜਿਹੜੀ ਅਸੀਂ ਰეკਮੈਂਡ ਨਹੀਂ ਕਰਦੇ ਕਿ ਬੱਚੇ ਜਿਹੜੇ ਹੈਗੇ ਉਹ ਲੈਣ। ਪਰ ਅਡਲਟ ਜਿਹੜੇ ਹੈਗੇ ਆ ਜਾਂ ਜਿਹੜੇ ਲੈਟਸ ਸੇ ਕਿ 14 ਸਾਲ ਤੱਕ ਤੋਂ ਸ਼ੁਰੂ ਹੋ ਜਾਂਦੇ ਹੈਗੇ ਆ, ਉਹ ਕਿਉਂਕਿ ਆਮ ਬੱਚੇ ਜਿਹੜੇ ਉਹ ਵੀ ਮੈਚਿਓਰ ਹੋ ਗਏ ਹੁੰਦੇ ਆ ਨਾ, ਉਹਨਾਂ ਦਾ ਲੈਵਲ ਆਫ ਮੈਚਿਓਰਿਟੀ ਜਿਹੜਾ ਉਹ ਆ ਚੁੱਕਾ ਹੁੰਦਾ ਆਲਰੇਡੀ। ਸੋ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ ਕੀ ਕਰਵਾ ਰਹੇ ਉਹ ਹੈਗੇ ਆ, ਤੇ ਉਹ ਯੂਜਲੀ ਜਿਹੜੇ ਹੈਗੇ ਉਹ ਨਿਕਲ ਜਾਂਦੇ ਆ, ਉਹ ਕਰਾ ਲੈਂਦੇ ਹੈਗੇ ਆ। ਇਹ ਤੋਂ ਜ਼ਿਆਦਾ ਛੋਟੇ ਬੱਚੇ ਜਿਹੜੇ ਹੈਗੇ ਆ ਉਹ ਅਸੀਂ ਰეკਮੈਂਡ ਨਹੀਂ ਕਰਦੇ। ਪਰ ਇਨ ਜਨਰਲ ਜਿਹੜਾ ਹੈਗਾ ਇਹਦੇ ਚ ਕੋਈ ਵੀ ਜਿਹੜਾ ਬੰਦਾ ਹੈਗਾ ਹੈ, ਡਜ਼ਨਟ ਮੈਟਰ ਉਹਨੂੰ ਕੋਈ ਮਤਲਬ ਪ੍ਰੋਬਲਮ ਅੱਖਾਂ ਦੀ ਹੈ ਜਾਂ ਨਹੀਂ, ਤੁਸੀਂ ਕੋਈ ਵੀ ਇਹੋ ਇਹਦੇ ਵਿੱਚ ਕਰਵਾ ਸਕਦਾ ਹੈਗਾ ਹੈ। ਜਿਵੇਂ ਕਿ ਡੈਂਟਿਸਟ ਦੱਸਦੇ ਹੈਗੇ ਕਿ ਤੁਸੀਂ ਹਰ 6 ਮਹੀਨੇ ਬਾਅਦ ਜਿਹੜਾ ਤੁਸੀਂ ਇੱਕ ਵਾਰੀ ਆਪਣਾ ਡੈਂਟਲ ਕਲੀਨਿੰਗ ਜਿਹੜੀ ਉਹ ਜ਼ਰੂਰ ਕਰਵਾਓ। ਇਸੇ ਤਰੀਕੇ ਦੇ ਨਾਲ ਹੀ ਜਿਹੜੀ ਇਹ ਅੱਖਾਂ ਦੀ ਥੈਰੇਪੀ ਜਿਹੜੀ ਉਹ ਕੀਤੀ ਜਾਂਦੀ ਹੈਗੀ ਹੈ। ਯੂਜਲੀ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਫਿਰ ਵੀ ਤੁਸੀਂ 600 ਸਾਲ 'ਚ 2 ਵਾਰੀ, 6 ਮਹੀਨੇ ਬਾਅਦ ਇੱਕ ਵਾਰੀ ਤੁਸੀਂ ਆਪਣੇ ਜਿਹੜੇ ਹੈਗੇ ਆ ਉਹ ਟ੍ਰੀਟਮੈਂਟ ਲਵੋ। ਯੂਜਲੀ ਜਿਹੜੀ ਹੁੰਦੇ ਆ, ਜਿਹੜੀ ਅੱਖਾਂ ਦੀ ਥੈਰੇਪੀ ਆ ਇਹ ਮਤਲਬ
ਜੇ ਤੁਹਾਨੂੰ ਬਿਲਕੁਲ ਤੁਸੀਂ ਠੀਕ ਹੋ ਭਾਵੇਂ ਸਾਲ ਦੇ ਵਿੱਚ ਇੱਕ ਵਾਰੀ ਤੁਸੀਂ ਲੈ ਲਓ, ਉਹਦੇ ਵਿੱਚ ਵੀ ਕੋਈ ਫਿਰ ਤੁਸੀਂ ਇਹ ਕਿ ਵੀ 4-6 ਥੈਰੇਪੀਜ਼ ਜਿਹੜੀਆਂ ਹੁੰਦੀਆਂ ਉਹ ਇਕੱਠੀਆਂ ਲੈਣੀਆਂ ਹੁੰਦੀਆਂ। ਮਤਲਬ ਇਹ ਨਹੀਂ ਕਿ ਇੱਕੋ ਹੀ ਥੈਰੇਪੀ ਦੇ ਨਾਲ ਨਹੀਂ ਗੱਲ ਬਣਦੀ ਹੁੰਦੀ। ਸੋ ਉਹਦੇ ਵਿੱਚ ਜਿਹੜੀ ਹੁੰਦੀ ਆ ਮਿਨੀਮਮ 3 ਥੈਰੇਪੀਜ਼ ਜਿਹੜੀਆਂ ਉਹਦੀ ਜ਼ਰੂਰਤ ਪੈਂਦੀ ਹੁੰਦੀ ਆ, ਡਿਪੈਂਡਿੰਗ ਔਨ ਕਿ ਹੋਰ ਕੀ ਜੇ ਕੋਈ ਪ੍ਰੋਬਲਮ ਨਹੀਂ ਆ ਤੇ ਉਹ ਆਪਾਂ 3 ਕੁ ਥੈਰੇਪੀਜ਼ ਜਿਹੜੀਆਂ ਯੂਜਲੀ ਇਨਫ ਹੁੰਦੀ ਆ। ਪਰ ਜੇ ਉਹਦੇ ਨਾਲ ਕੋਈ ਉਹਨਾਂ ਨੂੰ ਐਕਚੁਅਲੀ ਪ੍ਰੋਬਲਮ ਹੈਗੀ ਆ ਤੇ ਫਿਰ ਉਹ ਡਿਪੈਂਡਿੰਗ ਔਨ ਉਹਨਾਂ ਦੀਆਂ ਕੀ ਫਾਈਂਡਿੰਗਸ ਹੈਗੀਆਂ ਉਹਦੇ ਹਿਸਾਬ ਦੇ ਨਾਲ ਉਹਦੇ ਟ੍ਰੀਟਮੈਂਟ ਦੀ ਲੈਂਥ ਜਿਹੜੀ ਹੈਗੀ ਆ ਉਹ ਵਧਾਈ ਜਾ ਸਕਦੀ ਆ। ਹੋ ਸਕਦਾ ਉਹਨਾਂ ਨੂੰ 8-10 ਥੈਰੇਪੀਜ਼ ਦੀ ਲੋੜ ਪਵੇ, ਹੋ ਸਕਦਾ 12 ਦੀ ਲੋੜ ਹੋਵੇ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਵਧਾਇਆ ਜਾ ਸਕਦਾ ਹੈਗਾ, ਪਰ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੈਗਾ, ਫਾਇਦਾ ਹੀ ਹੋਣਾ ਹੈਗਾ ਕਿਉਂਕਿ ਤੁਸੀਂ ਅੱਖਾਂ ਦੇ ਵਿੱਚੋਂ ਗੰਦਮਲ ਨੂੰ ਬਾਹਰ ਕੱਢ ਰਹੇ ਹੋ ਤੇ ਉਹਨਾਂ ਨੂੰ ਤਰੋ-ਤਾਜ਼ਾ ਕਰਨ ਵਾਸਤੇ ਦੇਸੀ ਘਿਓ ਦੇ ਨਾਲ ਜਿਹੜੀਆਂ ਆਪਣੀਆਂ ਆਪਟੀਕਲ ਨਰਵਸ ਨੂੰ ਤੁਸੀਂ ਤਰ ਕਰ ਰਹੇ ਹੈਗੇ ਹੋ। ਇਹਦੇ ਵਿੱਚੋਂ ਫਾਇਦਾ ਹੀ ਨਿਕਲਣਾ, ਇਹਦੇ ਵਿੱਚੋਂ ਨੁਕਸਾਨ ਕਿਸੇ ਦਾ ਕੁਝ ਨਹੀਂ ਹੋਣਾ। ਔਰ ਤੁਸੀਂ ਬਹੁਤ ਲਾਈਟ ਮਹਿਸੂਸ ਕਰਦੇ ਹੋ, ਅੱਖਾਂ ਦੇ ਵਿੱਚ ਤੁਹਾਡੀ ਰੋਸ਼ਨੀ ਬਹੁਤ ਤੁਹਾਨੂੰ ਕਲੀਅਰ ਦਿਖਦਾ ਆ, ਤੁਹਾਨੂੰ ਨੀਂਦ ਬਹੁਤ ਵਧੀਆ ਆਉਂਦੀ ਹੈਗੀ, ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਕਈਆਂ ਨੂੰ ਉੱਦਾਂ ਹੀ ਅੱਖਾਂ ਭਾਰੀਆਂ ਰਹਿੰਦੀਆਂ, ਅੱਖਾਂ ਕਈ ਵਾਰੀ ਪ੍ਰੋਬਲਮ ਅੱਖਾਂ ਦੀ ਹੁੰਦੀ ਆ ਪਰ ਉਹ ਅੱਖਾਂ ਦੀ ਵਜ੍ਹਾ ਦੇ ਕਰਕੇ ਪ੍ਰੈਸ਼ਰ ਪੈ ਰਿਹਾ ਹੁੰਦਾ ਅੱਖਾਂ ਦੇ ਉੱਤੇ, ਜਿਹਦੇ ਕਰਕੇ ਸਿਰ ਨੂੰ ਦਰਦ ਰਹਿੰਦਾ। ਬਹੁਤ ਲੋਕ ਉਹ ਸਿਰ ਦਰਦ ਦੀਆਂ ਗੋਲੀਆਂ ਖਾਈ ਜਾਂਦੇ ਕਈ ਸਾਲਾਂ ਤੋਂ, ਪਰ ਜਦੋਂ ਫਿਰ ਉਹ ਅੱਖਾਂ ਦੀ ਥੈਰੇਪੀ ਕਰਵਾਉਂਦੇ ਉਹਦੇ ਨਾਲ ਕਿਉਂਕਿ ਪ੍ਰੈਸ਼ਰ ਘਟ ਜਾਂਦਾ, ਉਹ ਸਿਰ ਦਰਦ ਵੀ ਖਤਮ ਹੋ ਜਾਂਦਾ ਤੇ ਉਹ ਫਿਰ ਉਹ ਗੋਲੀਆਂ ਵੀ ਬੰਦ ਕਰ ਦਿੰਦੇ। ਸੋ ਮਤਲਬ ਇੱਕ ਚੀਜ਼ ਨਹੀਂ, ਕਈ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਸ ਥੈਰੇਪੀ ਦੇ ਨਾਲ ਹੁੰਦੀਆਂ, ਪਰ ਇਹਦੇ ਵਿੱਚ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਹੁੰਦੀ ਕਿ ਇਹ ਬੰਦਾ ਕਰਾ ਸਕਦਾ ਜਾਂ ਨਹੀਂ ਕਰਾ ਸਕਦਾ। ਹਾਂ, ਜੇ ਕਿਸੇ ਨੇ ਅੱਖਾਂ ਦੇ ਵਿੱਚ ਯੂਜਲੀ ਅਸੀਂ ਕਹੀਦਾ ਕਿ ਲੈਂਸ ਜੇ ਪਾਇਆ ਹੋਇਆ ਹੈਗਾ, ਇੱਕ ਪਰਮਾਨੈਂਟ ਲੈਂਸ ਪਹਿਲਾਂ ਪੈਂਦੇ ਹੁੰਦੇ ਸੀਗੇ ਅੱਖਾਂ ਦੇ ਵਿੱਚ, ਹੁਣ ਅੱਜ ਕੱਲ੍ਹ ਉਹ ਲੇਜ਼ਰ ਦੇ ਨਾਲ ਹੀ ਆਈ ਸਰਜਰੀ ਜਿਹੜੀਆਂ ਕੀਤੀਆਂ ਜਾਂਦੀਆਂ, ਪਰ ਪਹਿਲਾਂ ਇੱਕ ਪਰਮਾਨੈਂਟ ਲੈਂਸ ਜਿਹੜੇ ਹੈਗੇ ਜੇ ਪਾਏ ਹੈਗੇ, ਉਸ ਕੇਸ ਦੇ ਵਿੱਚ ਅਸੀਂ ਪ੍ਰੀਕਾਸ਼ਨਰੀ ਤੌਰ ਦੇ ਉੱਤੇ ਕਹੀਦਾ ਕਿ ਤੁਸੀਂ ਨਾ ਕਰਾਓ। ਬਟ ਅਦਰਵਾਈਜ਼ ਜੇ ਤੁਸੀਂ ਲੇਜ਼ਰ ਸਰਜਰੀ ਵੀ ਕਰਵਾਈ ਹੋਈ ਆ ਤੁਸੀਂ ਫਿਰ ਵੀ ਇਹ ਥੈਰੇਪੀ ਜਿਹੜੀ ਉਹ ਕਰਾ ਸਕਦੇ ਹੈਗੇ ਹੋ, ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਸਰਜਰੀ ਜਿਹੜੀ ਆ ਉਹ ਹੋਈ ਆ ਉਹਦੇ ਉਸ ਕੇਸ ਦੇ ਵਿੱਚ ਵੀ ਨੇਤਰ ਬਸਤੀ ਜਿਹੜੀ ਥੈਰੇਪੀ ਹੈਗੀ ਉਹ ਕਰਵਾਈ ਜਾ ਸਕਦੀ ਹੈ। ਉਹਦੇ ਵਾਸਤੇ ਯੂਜਲੀ ਅਪਾਇੰਟਮੈਂਟਸ ਦੀ ਜ਼ਰੂਰਤ ਹੁੰਦੀ ਹੈਗੀ ਆ, ਕਿਉਂਕਿ ਉਹ ਤੁਹਾਨੂੰ ਆਬਵੀਅਸਲੀ ਇੱਥੇ ਆ ਕੇ ਫਿਜ਼ੀਕਲੀ ਹੀ ਕਰਵਾਉਣੀ ਪੈਂਦੀ ਆ। ਜਾਂ ਆਯੁਰਵੈਦਿਕ ਜਿੰਨੇ ਵੀ ਕਲੀਨਿਕ ਹੁੰਦੇ ਹੈਗੇ ਆ ਮੋਸਟਲੀ ਇਹ ਥੈਰੇਪੀਜ਼ ਜਿਹੜੀਆਂ ਹੈਗੀਆਂ ਉਹ ਕਰ ਰਹੇ ਹੁੰਦੇ ਹੈਗੇ ਆ। ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਸਾਡੇ ਫੋਨ ਦੇ ਉੱਤੇ ਕਾਲ ਕਰ ਸਕਦੇ ਹੋ 905-874-3333 ਦੇ ਉੱਤੇ। 905-874-3333 ਤੇ ਰੂਬਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ। ਰੂਬਲ ਸਾਹਿਬ ਥੋੜੀ ਆਪਾਂ ਗੱਲਬਾਤ ਕਰਦੇ ਹਾਂ ਕਿ ਫੀਮੇਲ ਨੇ ਕਹਿੰਦੇ ਕਿ ਸਾਡੇ ਕੰਨ ਦੇ ਵਿੱਚ ਦਰਦ ਹੁੰਦੀ ਹੈ ਤੇ ਜਦੋਂ ਸਿੱਧੇ ਪੈਂਦੇ ਤੇ ਕੋਈ ਪ੍ਰੋਬਲਮ ਨਹੀਂ, ਖੱਬੇ ਸੱਜੇ ਬੱਖ ਲੈਂਦੇ ਆ ਤੇ ਉਸ ਵੇਲੇ ਛਾਂਛਾਂ ਦੀ ਆਵਾਜ਼ ਆਉਂਦੀ ਹੈ, ਤੁਰਦੇ ਫਿਰਦੇ ਤਾਂ ਵੀ ਛਾਂਛਾਂ ਦੀ ਆਵਾਜ਼ ਆਉਂਦੀ ਹੈ। ਉਹਦੇ ਵਿੱਚ ਡ੍ਰੌਪਸ ਵਗੈਰਾ 2 ਵੀਕ ਪਹਿਲਾਂ ਪਾਏ ਸੀ, ਲੇਕਿਨ 2 ਵੀਕਾਂ ਤੋਂ ਬਾਅਦ ਸਟਿਲ ਉਦਾਂ ਹੀ ਆ ਤੇ ਕਈ ਵਾਰੀ ਆਲੇ ਦੁਆਲੇ ਕੰਨ ਦੇ ਪ੍ਰੈਸ ਕਰਕੇ ਦੇਖਦੇ ਆ, ਚੈੱਕ ਕਰਦੇ ਆ ਤੇ ਪਰ ਫਿਰ ਵੀ ਅਜੇ ਵੀ ਦਰਦ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਫੀਮੇਲ ਨੇ ਇਹ ਜੀ ਸਾਡੇ। ਇਹਨਾਂ ਨੇ ਗੁਰਪਾਲ ਜੀ ਉਮਰ ਦੱਸੀ ਆਪਣੀ? ਉਮਰ ਇਹਨਾਂ ਦੀ ਤਕਰੀਬਨ ਆਈਡੀਆ ਦੇ ਹਿਸਾਬ ਨਾਲ ਮੈਂ ਕਹਿ ਸਕਦਾ 50 ਪਲੱਸ ਹੋਵੇਗੀ, 50 ਤੋਂ 60 ਦੇ ਵਿੱਚ। ਸੋ ਚਾਂਸਸ ਆਰ ਵੈਰੀ ਹਾਈ ਕਿ ਜਿਹੜੀ ਇਹਨਾਂ ਦੀ ਧੌਣ ਦੇ ਵਿੱਚ ਜਿਹੜੀਆਂ ਨਾ ਨਰਵਸ ਜਿਹੜੀਆਂ ਹੁੰਦੀਆਂ ਹੈਗੀਆਂ ਉਹ ਬਲੌਕ ਹੋ ਜਾਂਦੀਆਂ, ਜਿਹਦੀ ਵਜ੍ਹਾ ਦੇ ਕਰਕੇ ਪ੍ਰੋਬਲਮਸ ਆਉਂਦੀ ਹੁੰਦੀ ਹੈ। ਪਰ ਲੱਗਦਾ ਇਦਾਂ ਹੁੰਦਾ ਆ ਕਿ ਐਕਚੁਅਲੀ ਕੰਨਾਂ ਦੀ ਪ੍ਰੋਬਲਮ ਹੈ। ਐਂਡ ਇਸੇ ਕਰਕੇ ਜੇ ਤੁਸੀਂ ENT ਸਪੈਸ਼ਲਿਸਟ ਦੇ ਕੋਲ ਵੀ ਜਾਓਗੇ ਤੇ ਉਹਨਾਂ ਨੇ ਵੀ ਜਿਹੜਾ ਆ ਕੋਈ ਐਡਾ ਹੱਥ ਪੱਲਾ ਨਹੀਂ ਫੜਾਉਣਾ, ਕਿਉਂਕਿ ਐਕਚੁਅਲੀ ਇਹ ਕੰਨਾਂ ਦੀ ਪ੍ਰੋਬਲਮ ਹੁੰਦੀ ਨਹੀਂ ਹੈ। ਬਹੁਤੀ ਵਾਰੀ ਜਿਹੜਾ ਆ ਉਹ ਈਵਨ ਕਿ ਪੇਸ਼ੈਂਟ ਨੂੰ ਵੀ ਜਿਹੜਾ ਉਹ ਇਦਾਂ ਲੱਗਦਾ ਕਿ ਧੌਣ ਦੇ ਵਿੱਚ ਐਕਚੁਅਲੀ ਕੋਈ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਜਦੋਂ ਅਸੀਂ ਧੌਣ ਨੂੰ ਘੁਮਾਉਂਦੇ ਆ ਉਹ ਯੂਜਲੀ ਅਸੀਂ ਜਿੱਦਾਂ ਗੱਡੀ ਚਲਾਉਂਦਿਆਂ ਹੋਇਆਂ ਸ਼ੋਲਡਰ ਚੈੱਕ ਕਰਦੇ ਆ, ਇਸ ਤਰੀਕੇ ਦੇ ਨਾਲ ਅਸੀਂ ਧੌਣ ਜਿਹੜੀ ਉਹਨੂੰ ਘੁਮਾਉਂਦੇ ਹੈਗੇ ਆ। ਉਹ ਧੌਣ ਜਿਹੜੀ ਹੈਗੀ ਹੈ ਘੁਮਾਉਣੀ ਉਹ ਸਾਰਿਆਂ ਦੀ ਨਾਰਮਲੀ ਹੁੰਦੀ ਹੈ, ਪਰ ਜਿਹੜੀਆਂ ਬਾਕੀ ਦੀਆਂ ਰੇਂਜ ਆਫ ਮੋਸ਼ਨਸ ਹੈਗੀਆਂ ਉਹ ਯੂਜਲੀ ਇਹਦੇ ਵਿੱਚ ਲਿਮਟਿਡ ਹੁੰਦੀਆਂ। ਮਤਲਬ ਕਿ ਜੇ ਤੁਸੀਂ ਕੰਨ ਨੂੰ ਮੋਢੇ ਵੱਲ ਨੂੰ ਲੈ ਕੇ ਜਾਓਗੇ ਤੇ ਉਹ ਜਿਹੜੀ ਉਹਦੇ ਵਿੱਚ ਸਟਿਫਨੈਸ ਆਏਗੀ, ਤੇ ਜਦੋਂ ਤੁਸੀਂ ਧੌਣ ਨੂੰ ਬਿਲਕੁਲ ਉੱਤੇ ਨੂੰ ਚੱਕਦੇ ਹੋ, ਛੱਤ ਵੱਲ ਨੂੰ ਜਦੋਂ ਲੈ ਕੇ ਜਾਂਦੇ ਹੋ ਤੇ ਉਸ ਟਾਈਮ ਵੀ ਜਿਹੜੀ ਉਹ ਤੁਹਾਨੂੰ ਦਰਦ ਹੋਏਗੀ ਜਾਂ ਤੁਹਾਡੀ ਪੂਰੀ ਧੌਣ ਜਿਹੜੀ ਉੱਤੇ ਤੱਕ ਨਹੀਂ ਜਾਏਗੀ। ਸੋ ਜੇ ਤੁਹਾਨੂੰ ਇਸ ਤਰੀਕੇ ਦੀ ਪ੍ਰੋਬਲਮ ਆ ਰਹੀ, ਕਿਉਂਕਿ ਇਹਦੇ ਵਿੱਚ ਫਿਜ਼ੀਕਲ ਅਸੈਸਮੈਂਟ ਕਰਨ ਦੀ ਜ਼ਰੂਰਤ ਹੁੰਦੀ ਹੈ ਮੋਸਟਲੀ, ਜੇ ਉਹ ਮਤਲਬ ਦਵਾਈਆਂ ਦੇ ਨਾਲ ਉਹ ਠੀਕ ਨਹੀਂ ਹੋ ਰਿਹਾ ਤੇ ENT ਸਪੈਸ਼ਲਿਸਟ ਦੇ ਕੋਲੋਂ ਗੱਲ ਨਹੀਂ ਬਣ ਰਹੀ, ਮੋਸਟਲੀ ਉਹ ਪ੍ਰੋਬਲਮ ਜਿਹੜੀ ਆ ਉਹ ਧੌਣ ਦੀ ਲਿਮਟਿਡ ਰੇਂਜ ਆਫ ਮੋਸ਼ਨ ਹੋਣ ਦੀ ਵਜ੍ਹਾ ਦੇ ਕਰਕੇ ਹੁੰਦੀ ਹੈ। ਮਤਲਬ ਕਿ ਧੌਣ ਜਿਹੜੀ ਹੈਗੀ ਆ ਉਹ ਮਤਲਬ ਰੀੜ੍ਹ ਦੀ ਹੱਡੀ ਜਿਹੜੀ ਉਹ ਥੱਲੇ ਨੂੰ ਜਾ ਰਹੀ ਹੈ। ਉਹ ਸਾਰਿਆਂ ਦੀ ਹੁੰਦਾ ਹੈਗਾ, ਜਿੱਦਾਂ ਇਹਦਾ ਉਮਰ ਵਧਣੀ ਹੈ
ਉਹ ਰੀੜ੍ਹ ਦੀ ਹੱਡੀ ਸਾਰਿਆਂ ਦੀ ਥੱਲੇ ਜਾਂਦੀ ਹੈਗੀ ਹੈ, ਉਹਨੂੰ ਆਪਾਂ ਡੀਜਨਰੇਸ਼ਨ ਕਹਿੰਦੇ ਆ। ਸੋ ਜਿਹੜੀ ਡੀਜਨਰੇਸ਼ਨ ਹੈਗੀ ਆ, ਜਦੋਂ ਜਿਵੇਂ ਜਿਵੇਂ ਰੀੜ੍ਹ ਦੀ ਹੱਡੀ ਥੱਲੇ ਨੂੰ ਸ਼ਰਿੰਕ ਹੋਣੀ ਆ ਤੇ ਉਹਦੇ ਵਿੱਚ ਮੋਬਿਲਿਟੀ ਘਟਣੀ ਹੈ। ਮੋਬਿਲਿਟੀ ਜਦੋਂ ਘਟਦੀ ਹੈਗੀ ਆ ਤੇ ਉਹਦੇ ਨਾਲ ਫਿਰ ਉਹ ਧੌਣ ਇੱਕ ਤੇ ਜਿਹੜੀ ਹੈਗੀ ਉਹ ਸਟਿਫ ਹੋ ਜਾਂਦੀ ਹੈ, ਤੇ ਦੂਸਰਾ ਜਿਹੜੀ ਆ ਉਹ ਬ੍ਰੇਨ ਨੂੰ ਜਿਹੜੀ ਸਪਲਾਈ ਹੈਗੀ ਆ ਉਹ ਬਲੱਡ ਦੀ ਉਹ ਘਟ ਜਾਂਦੀ ਹੈ, ਕਿਉਂਕਿ ਹਾਰਟ ਆਪਣਾ ਥੱਲੇ ਹੈਗਾ ਹੈ, ਬ੍ਰੇਨ ਆਪਣਾ ਉੱਤੇ ਆ। ਉਹ ਜਿਹੜਾ ਥੱਲਿਓਂ ਹਾਰਟ ਵੱਲ ਨੂੰ ਜਿਹੜਾ ਉੱਤੇ ਨੂੰ ਜਿਹੜਾ ਬਲੱਡ ਜਾਣਾ ਧੌਣ ਦੇ ਰਸਤੇ ਹੋ ਕੇ ਉਹ ਜਿਹੜਾ ਆ ਉਹ ਰਿਸਟ੍ਰਿਕਟ ਹੋ ਜਾਂਦਾ, ਨਰਵਸ ਜਿਹੜੀਆਂ ਹੈਗੀਆਂ ਉਹ ਪਿੰਚ ਹੋ ਜਾਂਦੀਆਂ ਉਹਦੇ ਵਿੱਚ, ਜਿਹਦੇ ਕਰਕੇ ਉਹ ਫਿਰ ਇਦਾਂ ਦੀ ਕਿਸੇ ਨੂੰ ਸਾਂਸਾਂ ਦੀਆਂ ਆਵਾਜ਼ਾਂ ਆਉਂਦੀਆਂ, ਕਿਸੇ ਨੂੰ ਦਰਦ ਹੁੰਦੀ ਆ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਸੋ ਇਹ ਯੂਜੂਲੀ ਪ੍ਰੋਬਲਮ ਜਿਹੜੀਆਂ ਹੁੰਦੀਆਂ ਹੈਗੀਆਂ ਉਹ ਧੌਣ ਦੇ ਨਾਲ ਰਿਲੇਟਡ ਹੁੰਦੀਆਂ। ਇਸ ਕੇਸ ਦੇ ਵਿੱਚ ਯੂਜੂਲੀ ਥੈਰੇਪੀਜ਼ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਹੁੰਦੀਆਂ, ਜਾਂ ਤੁਸੀਂ ਜਿਹੜਾ ਹੈਗਾ ਆ ਇੱਕ ਸਾਡਾ ਪੰਪ ਕਾਲਰ ਆਉਂਦਾ ਆ, ਉਹ ਪੰਪ ਕਾਲਰ ਜਿਹੜਾ ਆ ਉਹ ਵੀ ਤੁਸੀਂ ਸਾਡੀ ਵੈਬਸਾਈਟ ਤੋਂ ਜਿਹੜਾ ਉਹ ਲੈ ਸਕਦੇ ਹੋ, vaidrubalonline.com ਤੇ ਜਾ ਕੇ। ਉਹ ਜਿਹੜਾ ਪੰਪ ਕਾਲਰ ਆ ਉਹਦੇ 'ਚ ਹਵਾ ਭਰ ਹੁੰਦੀ, ਸੋ ਲੰਮੇ ਪੈ ਕੇ ਤੁਸੀਂ ਉਹਨੂੰ ਲਾਉਣਾ ਹੁੰਦਾ, ਤੇ ਉਹ ਲਾਉਣ ਦੇ ਨਾਲ ਜਿਹੜਾ ਆ ਉਹ ਹੌਲੀ ਹੌਲੀ ਸਵੇਰੇ, ਇਸ ਕੇਸ ਤੋਂ ਇਹਨਾਂ ਦੇ ਕੇਸ ਦੇ ਵਿੱਚ ਮੈਂ ਰეკਮੈਂਡ, ਜੇ ਮਤਲਬ ਉਹਨਾਂ ਨੂੰ ਧੌਣ ਦੀ ਪ੍ਰੋਬਲਮ ਹੈ ਤੇ ਫਿਰ ਉਹਨਾਂ ਨੂੰ 3 ਵਾਰੀ ਜਿਹੜਾ ਉਹ ਕਰਨ ਦੀ ਜ਼ਰੂਰਤ ਹੁੰਦੀ ਹੈ, ਸਵੇਰੇ ਦੁਪਹਿਰੇ ਸ਼ਾਮ 10-15 ਮਿੰਟ ਜਿਹੜੀ ਹੈਗੀ ਹੈ ਇੰਨਾ ਕੁ ਲੰਮੇ ਪੈ ਕੇ ਉਹਨੂੰ ਲਾਉਣਾ ਹੁੰਦਾ, ਉਹ 'ਚ ਹਵਾ ਭਰ ਹੁੰਦੀ। ਸੋ ਉਹਦੇ ਨਾਲ ਜਿਹੜੀ ਹੈਗੀ ਆ ਫਿਰ ਉਹ ਜਿਹੜੀ ਰੀੜ੍ਹ ਦੀ ਹੱਡੀ ਜਿਹੜੀ ਥੱਲੇ ਨੂੰ ਜਾ ਰਹੀ ਹੈਗੀ ਹੈ, ਡੀਕੰਪਰੈਸ ਹੋ ਰਹੀ ਹੈਗੀ ਹੈ, ਉਹ ਕੰਪਰੈਸ ਹੋ ਰਹੀ ਹੈਗੀ ਆ, ਉਹਨੂੰ ਅਸੀਂ ਡੀਕੰਪਰੈਸ ਕਰਨਾ, ਉਹਨੂੰ ਅਸੀਂ ਉੱਤੇ ਨੂੰ ਮਤਲਬ ਚੱਕਣਾ ਹੈਗਾ। ਸੋ ਉਹਦੇ ਨਾਲ ਕਰਨ ਦੇ ਨਾਲ ਫਿਰ ਉਹ ਜਿਹੜਾ ਸਪਲਾਈ ਜਿਹੜੀ ਹੁੰਦੀ ਆ ਉਹ ਤੁਰ ਪੈਂਦੀ ਹੈ, ਜਿਹੜੀਆਂ ਨਾੜਾਂ ਹੁੰਦੀਆਂ ਉਹ ਨਿਕਲ ਜਾਂਦੀਆਂ, ਤੇ ਦਰਦ ਜਿਹੜੀ ਹੈਗੀ ਆ ਉਹ ਖਤਮ ਹੋ ਜਾਂਦੀ ਹੈ। ਕਈ ਕੇਸਿਸ ਦੇ ਵਿੱਚ ਇਹਦੇ ਵਿੱਚ ਥੈਰੇਪੀਜ਼ ਵਗੈਰਾ ਜਿਹੜੀ ਹੈਗੀ ਆ ਉਹ ਵੀ ਦੇਣ ਦੀ ਜ਼ਰੂਰਤ ਹੁੰਦੀ ਹੈਗੀ ਆ। ਸੋ ਜੇ ਤੁਸੀਂ ਆਪਣੀ ਫਿਜ਼ੀਕਲ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ, ਆਬਵੀਅਸਲੀ ਤੁਹਾਨੂੰ ਇੱਥੇ ਸਾਡੇ ਕੋਲ ਕਲੀਨਿਕ ਦੇ ਵਿੱਚ ਇਨ ਪਰਸਨ ਹੀ ਆਉਣ ਦੀ ਜ਼ਰੂਰਤ ਹੈ। ਜੇਕਰ ਤੁਸੀਂ ਆਪਣੀ ਦੂਰ ਹੈਗੇ ਹੋ ਤੁਸੀਂ ਤੇ ਫਿਜ਼ੀਕਲ ਅਸੈਸਮੈਂਟ ਤੁਸੀਂ ਨਹੀਂ ਕਰਵਾ ਸਕਦੇ, ਤੇ ਤੁਸੀਂ ਸਾਡੀ ਵੈਬਸਾਈਟ ਤੋਂ ਆਨਲਾਈਨ ਬੁਕਿੰਗ ਕਰਵਾ ਕੇ ਅਸੀਂ ਵੀਡੀਓ ਚੈਟ ਵੀ ਜਿਹੜੀ ਉਹ ਤੁਹਾਡੇ ਨਾਲ ਕਰ ਸਕਦੇ ਹੈਗੇ। ਜੇ ਤੁਸੀਂ ਦੂਰ ਹੋ ਤੇ ਅਸੀਂ ਦੂਰ ਬੈਠੇ ਵੀ ਤੁਹਾਡੀ ਫਿਜ਼ੀਕਲ ਅਸੈਸਮੈਂਟ ਜਿਹੜੀ ਹੈਗੀ ਆ, ਪੋਸਚਰਲ ਅਸੈਸਮੈਂਟ ਜਿਹੜੀ ਉਹ ਕਰ ਸਕਦੇ ਆ। ਉਹਦੇ ਵਾਸਤੇ ਵੀ ਤੁਸੀਂ ਸਾਨੂੰ ਇੱਕ ਸੈਸ਼ਨ ਅੱਧੇ ਕੁ ਘੰਟੇ ਦਾ ਜਿਹੜਾ ਤੁਸੀਂ ਬੁੱਕ ਕਰ ਸਕਦੇ ਹੋ। 1-on-1 ਕੰਸਲਟੇਸ਼ਨ ਜਿਹੜੀ ਉਹ ਕੀਤੀ ਜਾਂਦੀ ਹੈ ਵੀਡੀਓ ਦੇ ਉੱਤੇ। ਇਹ ਉਹਨਾਂ ਦੇ ਵਾਸਤੇ ਹੈਗੇ ਜਿਹੜੇ ਕਿ ਦੂਰ ਹੈ, ਬਰੈਂਪਟਨ ਦੇ ਵਿੱਚ ਜਾਂ GTA ਦੇ ਵਿੱਚ ਨਹੀਂ ਹੈ, ਦੂਰ ਰਹਿ ਰਹੇ ਹੈਗੇ ਆ, ਉਹਨਾਂ ਦੇ ਵਾਸਤੇ ਜਿਹੜੀ ਹੈ ਇਹ ਸਰਵਿਸ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਆ। ਉਹਦੇ ਵਾਸਤੇ ਵੀ ਤੁਸੀਂ vaidrubalonline.com ਤੇ ਜਾ ਕੇ ਬੁੱਕ ਨਾਓ ਦੇ ਉੱਤੇ ਜੇ ਤੁਸੀਂ ਕਲਿੱਕ ਕਰੋਗੇ ਤੇ ਤੁਸੀਂ ਉਹ ਕੰਸਲਟੇਸ਼ਨ ਜਿਹੜੀ ਉਹਨੂੰ ਬੁੱਕ ਕਰ ਸਕਦੇ ਹੋ। 905-874-3333 905-874-3333 ਤੇ ਰੂਬਲ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਰੂਬਲ ਸਾਹਿਬ ਇੱਕ ਹੋਰ ਨੇ ਸੀਗੇ ਨੇ 50 ਸਾਲ ਦੇ ਮੇਲ ਹੈਗੇ ਨੇ, ਕਹਿੰਦੇ ਸਾਹ ਬਹੁਤ ਜ਼ਿਆਦਾ ਚੜਦਾ, ਐਕਸਰਸਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਵੀ ਕਰਨ ਲੱਗਦੇ ਤਾਂ ਉਸ ਵੇਲੇ ਸਾਹ ਬਹੁਤ ਜ਼ਿਆਦਾ ਚੜਦਾ, ਤੇ ਉਹਦੇ ਵਾਸਤੇ ਥੋੜਾ ਥੋੜਾ ਸਾਨੂੰ ਦੱਸੋ ਕਿਸ ਤਰੀਕੇ ਨਾਲ ਦਮ ਨੂੰ ਪਕਾਇਆ ਜਾ ਸਕੇ। ਤੇ ਮੈਂ ਐਕਸਰਸਾਈਜ਼ ਜ਼ਿਆਦਾ ਕਰਨੀ ਚਾਹੁੰਦਾ, ਆਪਣੀ ਸਿਹਤ ਨੂੰ ਫਿੱਟ ਰੱਖਣਾ ਚਾਹੁੰਦਾ, ਲੇਕਿਨ ਸਾਹ ਬਹੁਤ ਜ਼ਿਆਦਾ ਚੜਦਾ, ਇਹਦੀ ਪ੍ਰੋਬਲਮ ਹੈ, ਐਕਸਰਸਾਈਜ਼ ਹੁਣੇ ਸ਼ੁਰੂ ਕੀਤੀ ਹੈ ਤੇ ਉਹਦਾ ਟ੍ਰੀਟਮੈਂਟ ਦੱਸੋ, ਇਹਦੀ ਵੀ ਗੱਲਬਾਤ ਕਰਦੇ ਆ। ਉਸ ਤੋਂ ਪਹਿਲਾਂ ਦੱਸ ਦੇ ਕਿ ਪ੍ਰੋਗਰਾਮ ਦਾ ਹਿੱਸਾ ਜੀ ਰੂਬਲ ਸਾਹਿਬ, ਸਾਹ ਚੜ੍ਹਨੇ ਦੀ ਸਮੱਸਿਆ ਕਿੰਨੇ ਕੁ ਲੋਕਾਂ ਨੂੰ ਆ ਜਾਂ ਬਹੁਤੇ ਸਾਰੇ ਲੋਕਾਂ ਨੂੰ, ਕੀ ਕਹਿਣਾ ਚਾਹੋ? ਦੇਖੋ, ਜਿਵੇਂ ਉਹ ਕਹਿ ਰਹੇ ਆ ਕਿ ਉਹਨਾਂ ਨੂੰ ਸਾਹ ਜਿਹੜਾ ਹੈਗਾ ਉਹ ਜਲਦੀ ਚੜ੍ਹ ਜਾਂਦਾ ਹੈਗਾ। ਸੋ ਕਈ ਵਾਰੀ ਜੇ ਤੇ ਉਹ ਸਟੈਮਿਨਾ ਦੀ ਪ੍ਰੋਬਲਮ ਹੈਗੀ, ਆਬਵੀਅਸਲੀ ਸਟੈਮਿਨਾ ਨੂੰ ਵਧਾਉਣ ਦੇ ਵਾਸਤੇ ਜਿਹੜਾ ਆ ਉਹ ਤੁਸੀਂ ਅਨੁਲੋਮ ਵਿਲੋਮ ਤੇ ਕਪਾਲਭਾਤੀ ਜਿਹੜੀ ਉਹ ਕਰ ਸਕਦੇ ਹੈਗੇ ਹੋ। ਰੇਡੀਓ ਦੇ ਉੱਤੇ ਉਹਨਾਂ ਨੂੰ ਦੱਸਣਾ ਬੜਾ ਮੁਸ਼ਕਿਲ ਹੈ ਕਿ ਉਹ ਕਿੱਦਾਂ ਕੀਤੀ ਜਾ ਸਕਦੀ ਹੈ। ਆਈ ਥਿੰਕ YouTube ਜੇ ਤੁਸੀਂ ਸਰਚ ਕਰਦੇ ਹੋ ਤੇ ਉਹ ਕਾਫੀ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਕਿ ਅਨੁਲੋਮ ਵਿਲੋਮ ਤੇ ਕਪਾਲਭਾਤੀ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ। ਬਾਕੀ ਜਿਹੜੀ ਹੈ, ਜੇ ਐਕਚੁਅਲੀ ਉਹਨਾਂ ਨੂੰ ਡਾਇਆਫ੍ਰੈਮ ਮਸਲਸ ਜਿਹੜੇ ਉਹਨਾਂ ਦੇ ਵੀਕ ਹੈ, ਜਾਂ ਛਾਤੀ ਦੇ ਮਸਲ ਜਿਹੜੇ ਉਹ ਵੀਕ ਹੈਗੇ ਆ, ਜਾਂ ਫੇਫੜੇ ਜਿਹੜੇ ਉਹ ਵੀਕ ਹੈ, ਤੇ ਉਹਦੇ ਵਾਸਤੇ ਵਸੂਟੀ ਜਿਹੜੀ ਆ ਉਹ ਬਹੁਤ ਵਧੀਆ ਵਰਕ ਕਰਦੀ ਹੈ। ਸੋ ਵਸੂਟੀ ਤੋਂ ਜਿਹੜੀ ਇੱਕ ਦਵਾਈ ਅਸੀਂ ਤਿਆਰ ਕੀਤੀ ਹੈਗੀ ਆ, ਐਸਥਾਮੋਲ ਉਹਦਾ ਨਾਮ ਹੈਗਾ ਆ, ਉਹ ਵੀ ਸਾਡੀ ਵੈਬਸਾਈਟ ਤੋਂ ਜਿਹੜੀ ਉਹ ਲਈ ਜਾ ਸਕਦੀ ਆ vaidrubalonline.com ਤੇ ਜਾ ਕੇ। ਤੇ ਨਾਲ ਜੇ ਬਲੱਡ ਸਰਕੂਲੇਸ਼ਨ ਦੀ ਪ੍ਰੋਬਲਮ ਹੈਗੀ ਹੈ ਤੇ ਸਰਕੂਲੇਸ਼ਨ ਨੂੰ ਵਧਾਉਣ ਦੇ ਵਾਸਤੇ ਹਰਿਦਿਆ ਅੰਮ੍ਰਿਤ ਵੱਟੀ, ਜਿਹਦੇ ਵਿੱਚ ਅਰਜਨਾ ਹੈ, ਅਰਜਨਾ ਦੀ ਛਾਲ ਹੈ, ਉਹ ਜਿਹੜੀ ਹੈ ਇਸਤੇਮਾਲ ਕੀਤੀ ਜਾ ਸਕਦੀ ਹੈਗੀ ਹੈ। ਨੈਚੁਰਲੀ ਤੌਰ ਦੇ ਉੱਤੇ ਦੋਨੋਂ ਜਿਹੜੀਆਂ ਉਹ ਵਰਕ ਕਰਦੀਆਂ, ਬਹੁਤ ਵਧੀਆ ਤਰੀਕੇ ਦੇ ਨਾਲ ਵਰਕ ਕਰਦੀਆਂ। ਸੋ ਉਹਨਾਂ ਦੇ ਵਾਸਤੇ ਵੀ ਤੁਸੀਂ ਸਾਡੀ ਵੈਬਸਾਈਟ www
vaidrubalonline.com ਦੇ ਉੱਤੇ ਜਾ ਕੇ ਇਨਫੋਰਮੇਸ਼ਨ ਜਿਹੜੀ ਉਹ ਲਈ ਜਾ ਸਕਦੀ ਹੈ। ਗੁਰਪਾਲ ਜੀ, ਆਈ ਥਿੰਕ ਟਾਈਮ ਵੀ ਆਪਣਾ ਜਿਹੜਾ ਉਹ ਸਮਾਪਤ ਹੋ ਚੁੱਕਾ ਹੈ। ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਦਾ, ਉਹ ਸਾਰੇ ਸਰੋਤਿਆਂ ਦਾ ਜਿਹੜਾ ਕਿ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਆ। ਬਹੁਤ ਬਹੁਤ ਸ਼ੁਕਰੀਆ ਗੁਰਪਾਲ ਜੀ। ਵੰਸ ਅਗੇਨ ਸਾਡਾ ਨੰਬਰ ਹੈ 905 874 3333, 9058743333। 9 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ। ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਹੀ ਅਗਲੇ ਵੀਕ ਵੀ ਜਾਰੀ ਰੱਖਾਂਗੇ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਸਾਡੇ ਨਾਲ